ਕੱਲ ਸ਼ਾਮ ਵਾਲੇ ਪ੍ਰੋਗਰਾਮ ਦਾ ਅਨੁਮਾਨ ਸੀਗਾ, ਟਾਈਟਲ ਸੀਗਾ ਕਿ ਮੁਕਾਤੀ ਸਿਆਸਤ ਸਿੱਧੂ ਦੀ। ਇਸ ਤੋਂ ਬਾਅਦ ਇੱਥੇ ਬਹਿਸ ਸ਼ੁਰੂ ਹੋ ਜਾਂਦੀ ਆ, ਢੇਰ ਸਾਰੇ ਮੈਸੇਜ ਆਉਂਦੇ ਆ ਔਰ ਬਹੁਤ ਸਾਰੇ ਲੋਕ ਇਹਦੇ 'ਚ ਇੱਕ ਨਵੀਂ ਤਰ੍ਹਾਂ ਦੀ ਡਿਬੇਟ ਵਿੱਚ ਸ਼ਾਮਲ ਹੋ ਜਾਂਦੇ ਆ। ਕੀ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਗੈਰ ਪ੍ਰਸੰਗਕ ਹੋ ਗਏ ਜਾਂ ਉਹਨਾਂ ਦੀ ਸਿਆਸਤ ਬਚੀ ਆ? ਇਹਦੇ ਉੱਤੇ ਹਰੇਕ ਨੇ ਆਪਣੀ ਵੱਖ-ਵੱਖ ਰਾਏ ਦਿੱਤੀ। ਨੋ ਡਾਊਟ ਜਦੋਂ ਮੈਂ ਜ਼ਿਕਰ ਕਰ ਰਿਹਾ ਸੀ ਸਿੱਧੂ ਦੀ ਸ਼ਖਸੀਅਤ ਬਾਰੇ ਕਿ ਵਿਅਕਤੀਗਤ ਤੌਰ ਤੇ ਉਹ ਬੇਹੱਦ ਉਮਦਾ ਇਨਸਾਨ ਨੇ, ਲੇਕਿਨ ਨਾਲ ਦੀ ਨਾਲ ਕਿ ਨਵਜੋਤ ਸਿੰਘ ਸਿੱਧੂ ਨੇ ਰਾਜਨੀਤੀ ਲੰਮੇ ਪੈ ਕੇ ਕੀਤੀ, ਕੀ ਈਨ ਮੰਨੀ ਕਦੇ ਸਿੱਧੂ ਨੇ? ਇਹ ਸਵਾਲ ਬੜਾ ਪ੍ਰਮੁਖਤਾ ਨਾਲ ਅੱਗੇ ਵਧਿਆ। ਕੀ ਨਵਜੋਤ ਸਿੰਘ ਸਿੱਧੂ ਬੀਜੇਪੀ ਦੇ ਵਿੱਚ ਚਾਹੁੰਦੇ ਤਾਂ ਉਹਨਾਂ ਦੀਆਂ ਸ਼ਰਤਾਂ ਦੇ ਉੱਤੇ ਕੋਈ ਵੀ ਮਿਨਿਸਟਰੀ ਲੈ ਸਕਦੇ ਸੀਗੇ। ਜੇਕਰ ਅਕਾਲੀਆਂ ਨਾਲ ਉਹ ਹਮਨਵਾ ਹੋ ਕੇ ਚੱਲਦੇ ਤਾਂ ਕੁਝ ਵੀ ਤਾਕਤ ਉਹਨਾਂ ਦੇ ਹੱਥਾਂ 'ਚ ਹੁੰਦੀ। ਜੇਕਰ ਉਹ ਕੇਜਰੀਵਾਲ ਨਾਲ ਜਦੋਂ ਗੱਲ ਸ਼ੁਰੂ ਕਰਦੇ ਆ ਔਰ ਕੇਜਰੀਵਾਲ ਦੀਆਂ ਸ਼ਰਤਾਂ ਤੇ ਚੱਲਦੇ ਤਾਂ ਕੁਦਰਤੀ ਤੌਰ ਤੇ ਸੀ ਪੰਜਾਬ ਦੇ ਵਿੱਚ ਅੱਜ ਸਥਿਤੀ ਉਹਨਾਂ ਦੀ ਭਗਵੰਤ ਮਾਨ ਵਾਲੀ ਹੁੰਦੀ ਔਰ ਸਾਰੇ ਦੇਸ਼ ਵਿੱਚ ਕੇਜਰੀਵਾਲ ਨੂੰ ਨਵਜੋਤ ਸਿੰਘ ਸਿੱਧੂ ਦਾ ਫਾਇਦਾ ਹੋ ਰਿਹਾ ਹੁੰਦਾ। ਪਰ ਉਹ ਸ਼ਾਇਦ ਕਿਸੇ ਦੇ ਥੱਲੇ ਲੱਗ ਕੇ ਨਹੀਂ ਚੱਲਦੇ। ਸਿਆਸਤ ਦੇ ਵਿੱਚ ਇਹਨੂੰ ਤੁਸੀਂ ਅੜਬਪੁਣਾ ਕਹਿ ਸਕਦੇ ਹੋ, ਸਨਕੀਪੁਣਾ ਕਹਿ ਸਕਦੇ ਹੋ, ਪਰ ਵਿਅਕਤੀਗਤ ਤੌਰ ਤੇ ਮੈਨੂੰ ਲੱਗਦਾ ਹੈ ਕਿ ਇਹ ਅਸੂਲ ਦੀ ਰਾਜਨੀਤੀ ਵੀ ਹੁੰਦੀ ਹੈ ਕਿ ਮੇਰੀ ਆ ਲਾਈਨ ਹੈ ਤੇ ਮੈਂ ਇਹਨੂੰ ਟੋ ਕਰੂੰਗਾ। ਉਹ ਕਾਂਗਰਸ ਵਿੱਚ ਆਉਂਦੇ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਰਲ ਕੇ ਪੂਰੀ ਦੀ ਪੂਰੀ ਸਰਕਾਰ ਚਲਾ ਸਕਦੇ ਸੀ, ਉਹਨਾਂ ਦਾ ਜੇਠਾ ਪੁੱਤ ਬਣ ਕੇ, ਜਿੱਦਾਂ ਉਹ ਸ਼ੁਰੂ 'ਚ ਕਹਿੰਦੇ ਵੀਰੇ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚੱਲਦਿਆਂ ਸ਼ਾਇਦ ਸਭ ਤੋਂ ਫਾਇਦਾਬਾਦ ਨਵਜੋਤ ਸਿੰਘ ਸਿੱਧੂ ਉਠਾ ਸਕਦੇ ਸੀ, ਪਰ ਸਿੱਧੂ ਨੇ ਹੁਣ ਤੱਕ ਆਉਂਦਿਆਂ ਲੀਕ ਖਿੱਚ ਕੇ ਲੜਾਈ ਲੜਨ ਦਾ ਯਤਨ ਕੀਤਾ ਹੈ। ਇਹ ਸਵਾਲ ਬਹਿਸ ਦੇ ਵਿੱਚ ਕੱਲ ਆਇਆ ਤੇ ਇਹਨੂੰ ਅੱਗੇ ਵਧਾਉਂਦੇ ਆ। ਨੋ ਡਾਊਟ ਕਿ ਉਹਨਾਂ ਦੀ ਪੋਲਿਟਿਕਸ ਵਿੱਚ ਕਦੇ ਵੀ ਉਨੀ ਲਚਕ ਨਹੀਂ ਰਹੀ ਜਿੱਥੇ ਲੋੜ ਸੀ, ਤੇ ਕਈ ਵਾਰੀ ਇੰਨੀ ਲਚਕਦਾਰ ਹੋ ਜਾਂਦੀ ਹੈ ਕਿ ਲੱਚਰ ਲੱਗਣ ਲੱਗ ਜਾਂਦੀ। ਇਹ ਵੀ ਬਹਿਸ ਦੇ ਵਿੱਚ ਸ਼ਾਮਲ ਹੋਇਆ। ਔਰ ਕੀ ਨਵਜੋਤ ਸਿੰਘ ਸਿੱਧੂ ਜਾਂ ਉਹਨਾਂ ਦਾ ਪੂਰਾ ਪਰਿਵਾਰ ਇਮਾਨਦਾਰ ਹੈ ਜਾਂ ਇਮਾਨਦਾਰੀ ਦਾ ਸਿਰਫ ਤੇ ਸਿਰਫ ਦਾਵਾ ਹੈ? ਇਹ ਸਾਰੇ ਸਵਾਲ ਵੀ ਆਉਂਦੇ ਰਹੇ। ਕੱਲ ਕਾਂਗਰਸ ਨੇ ਪੰਜਾਬ ਨੂੰ ਭਰਮੀ ਨੁਮਾਇੰਦਗੀ ਦਿੱਤੀ ਆ ਔਰ ਇਸ ਖਿੱਤੇ ਦੀ ਪੋਲਿਟਿਕਸ ਨੈਸ਼ਨਲ ਪੱਧਰ ਦੇ ਉੱਤੇ ਉਹਨਾਂ ਨੇ ਕਾਫੀ ਅੱਗੇ ਵਧਾਈ ਆ। ਬਹੁਤ ਸਾਰੇ ਨਵੇਂ ਨਾਂ ਨੇ ਔਰ ਪੰਜਾਬ ਦੇ ਸਮੀਕਰਨ ਵੀ ਬਦਲ ਰਹੇ ਨੇ। ਕਿ ਕਾਂਗਰਸ ਦਾ ਕੋਈ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਪਾਸੇ ਰੱਖ ਲਿਆ ਜਾਵੇ ਕਾਂਗਰਸ ਵਿੱਚੋਂ ਤਾਂ ਕੋਈ ਕ੍ਰਿਸ਼ਮਾ ਹੀ ਹੈਗਾ ਕਿ ਲੋਕ ਅਪੀਲ ਉਹਦੀ ਹੈਗੀ, ਮੈਸੇਜ ਵਾਲੀ ਅਪੀਲ ਹੈਗੀ ਆ, ਉਹ ਕਾਂਗਰਸ ਨੂੰ ਖਿੱਚ ਕੇ 24 ਦੇ ਇਸ ਮਹਾਯੁੱਧ ਵਿੱਚ ਕੁਝ ਸੀਟਾਂ ਦਵਾ ਸਕਦਾ? ਇਹਨਾਂ ਮੁੱਦਿਆਂ ਤੇ ਚੱਲਦੇ ਆ। ਦੂਜਾ ਮਾਮਲਾ ਵੀ ਬਹੁਤ ਅਹਿਮ ਆ ਕਿ ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਲਈ ਮੁਸ਼ਕਲ ਖੜੀ ਕਰ ਦੇਣਗੀਆਂ। ਮੁੱਖ ਮੰਤਰੀ ਜਿਹੜੇ ਕਿ ਅਕਸਰ ਦਾਅਵੇ ਕਰਦੇ ਨੇ, ਲੇਕਿਨ ਸਟੇਟ ਦਾ ਖਜ਼ਾਨਾ ਉਹਨਾਂ ਦਾ ਕੀ ਸਾਥ ਦੇਊਗਾ? ਔਰ ਗਵਰਨਰ ਨਾਲ ਜਦੋਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਆ ਅੰਦੋਲਨ ਦੀ ਰੂਪਰੇਖਾ ਲਈ, ਉਹ ਚੰਡੀਗੜ੍ਹ ਦੇ ਵਿੱਚ ਸਥਾਨ ਮੰਗਦੇ ਆ, ਤਾਂ ਕੀ ਕੱਲ ਨੂੰ ਮੁੱਖ ਮੰਤਰੀ ਦਾ ਘਰ ਘੇਰਨ ਦੀ ਵੀ ਨੌਬਤ ਆ ਸਕਦੀ ਹੈ? ਕਿ ਉੱਥੇ ਜਾ ਕੇ ਮੁੱਖ ਮੰਤਰੀ ਲਈ ਅਸਿੱਧੀ ਲੜਾਈ ਹੋ ਸਕਦੀ ਹੈ? ਇਹ ਸਵਾਲ ਬਹੁਤ ਵੱਡਾ ਹੈ। ਅਸੀਂ 4 ਖਬਰਾਂ ਹੋਰ ਲਵਾਂਗੇ ਤੇ ਬਹੁਤ ਸੰਖੇਪ 'ਚ ਤੇ ਕਾਹਲੀ 'ਚ ਲਵਾਂਗੇ, ਜਿਹਦੇ ਵਿੱਚ ਪਠਾਨਕੋਟ ਦੇ ਵਿੱਚ ਜਿਹੜੀ ਪੰਚਾਇਤੀ ਜ਼ਮੀਨ ਸੀ, ਮਾਈਨਿੰਗ ਵਾਲੀ ਜ਼ਮੀਨ ਸੀ, ਉਹਦੇ ਵਿੱਚ ਮਾਲ ਵਿਭਾਗ ਦੇ ਅਫਸਰਾਂ ਦੀ ਮਿਲੀ ਭੁਗਤ ਦਾ ਜ਼ਿਕਰ ਹੋ ਰਿਹਾ। ਬਿਜਲੀ ਬੋਰਡ ਸੰਬੰਧੀ ਇੱਕ ਟ੍ਰਿਬਿਊਨ ਦੀ ਸਟੋਰੀ ਹੈ, ਉਹਦਾ ਜ਼ਿਕਰ ਜ਼ਰੂਰ ਕਰਾਂਗੇ ਕਿ ਚੋਰੀ ਤਾਂ ਰੁਕੀ ਨਹੀਂ ਤੇ ਸੀਨਾ ਚੋਰੀ ਵੀ ਨਹੀਂ ਰੁਕੀ। ਜਿਹੜੇ ਸਰਕਾਰੀ ਮਹਿਕਮੇ ਉਹ ਵੀ ਬਿੱਲ ਨਹੀਂ ਦੇ ਰਹੇ ਕਈ ਜਗ੍ਹਾ ਦੇ ਉੱਤੇ। ਸਭ ਤੋਂ ਅਹਿਮ ਖਬਰ ਕਿ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ, ਉਹਨਾਂ ਨੂੰ ਫਾਸਟ ਟਰੈਕ ਤੇ ਲਾ ਲਿਆ ਗਿਆ। ਅਦਾਲਤ ਵਿੱਚ ਲਗਾਤਾਰ ਉਹਨਾਂ ਤੇ ਸੁਣਵਾਈ ਹੋਊਗੀ। ਅਦਾਲਤ ਨੇ ਉਹਨਾਂ ਦਾ ਮੈਡੀਕਲ ਰਿਪੋਰਟ ਮੰਗ ਲਈ ਆ ਕਿਉਂਕਿ ਉਹ ਹਸਪੀਟਲ ਦੇ ਵਿੱਚ ਆ। ਦੇਸ਼ ਦੀ ਹੋਮ ਮਿਨਿਸਟਰੀ ਦੇ ਖਿਲਾਫ ਸਭ ਤੋਂ ਵੱਧ ਸ਼ਿਕਾਇਤਾਂ ਨੇ। ਰੇਲਵੇ ਦੂਜੇ ਨੰਬਰ ਤੇ ਆ, ਤੀਜੇ ਨੰਬਰ ਤੇ ਬੈਂਕ ਆ। ਵਿਸਥਾਰ ਤੁਹਾਡੇ ਨਾਲ ਸਾਂਝੀ ਕਰਦੇ ਆ ਭਾਖੜਾ ਦੇ ਮਾਮਲੇ 'ਚ, ਕਿਉਂਕਿ ਹੜ੍ਹਾਂ ਦੀ ਸਥਿਤੀ ਆ ਪੰਜਾਬ ਦੇ ਵਿੱਚ। ਭਾਖੜਾ ਕੀ ਮੈਨੇਜਮੈਂਟ ਠੀਕ ਤਰੀਕੇ ਨਾਲ ਹੋਈ? ਪੰਜਾਬ ਦੇ ਵਿੱਚ ਪਾਣੀ ਜਿੰਨਾ ਆਇਆ ਇਹ ਤੋਂ ਵੀ ਘੱਟ ਆ ਸਕਦਾ ਸੀ, ਰੋਕਿਆ ਜਾ ਸਕਦਾ ਸੀ? ਜਾਂ ਬਹੁਤ ਸਾਰੇ ਵੱਡੇ ਨੁਕਸਾਨ ਨੂੰ ਭਾਖੜਾ ਮੈਨੇਜਮੈਂਟ ਨੇ ਬਚਾਇਆ? ਇਹ ਸਵਾਲ ਕਾਫੀ ਅਹਿਮ ਆ। ਉਧਰ ਹਿਮਾਚਲ ਦੇ ਵਿੱਚ ਲਗਭਗ 23 ਚੋਂ 21 ਡੈਮ ਜਿਹੜੇ ਨੇ ਉਹ ਬੇਨਿਯਮੀਆਂ ਵਾਲੇ ਪਾਏ ਗਏ ਨੇ ਔਰ ਉਹਨਾਂ ਨੂੰ ਨੋਟਿਸ ਜਾਰੀ ਹੋਏ, ਉਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਹੋਈ। ਸਭ ਤੋਂ ਪਹਿਲਾਂ ਮੈਂ ਇੰਦਰਪ੍ਰੀਤ ਜੀ ਤੁਹਾਡੇ ਤੋਂ ਸ਼ੁਰੂ ਕਰ ਲਾਂ ਕਿਉਂਕਿ ਤੁਸੀਂ ਸਰਗਰਮ ਜਰਨਲਿਜ਼ਮ ਕਰਦੇ ਹੋ। ਕੱਲ ਜਦੋਂ ਕਾਂਗਰਸ ਦੇ ਵਿੱਚ ਰੀਸ਼ਫਲ ਹੁੰਦਾ ਹੈ, ਫੇਰ ਬਦਲ ਹੁੰਦਾ, ਪੰਜਾਬ ਨੂੰ ਭਰਵੀਂ ਨੁਮਾਇੰਦਗੀ ਮਿਲਦੀ ਹੈ, ਨਵਜੋਤ ਸਿੰਘ ਸਿੱਧੂ ਨੂੰ ਪਾਸੇ ਰੱਖ ਲਿਆ ਜਾਂਦਾ। ਉਸ ਤੋਂ ਬਾਅਦ ਛਿੜੀ ਬਹਿਸ ਕਿ ਕੀ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਮੁੱਕ ਗਈ ਆ? ਤੁਸੀਂ ਸਾਰੇ ਸੀਨ ਨੂੰ ਕਿਵੇਂ ਦੇਖਿਆ ਔਰ ਲਗਾਤਾਰ ਪਿਛਲੇ ਲਗਭਗ 10 ਸਾਲਾਂ ਦੀ ਰਾਜਨੀਤੀ ਵਿੱਚ ਅੱਜ ਦਾ ਜਿਹੜਾ ਦ੍ਰਿਸ਼ ਆ ਉਹਨੂੰ ਕਿਵੇਂ ਉਹਦਾ ਵਿਖਿਆਨ ਕਰੋਗੇ? ਰੰਧਾਵਾ ਸਾਹਿਬ, ਦੇਖੋ ਕੱਲ ਦੀ ਲਿਸਟ ਦੇਖ ਕੇ ਪਹਿਲੀ ਵਾਰ ਇਹ ਲੱਗਿਆ ਕਿ ਪੰਜਾਬ ਨੂੰ ਬੜੀ ਅਹਿਮੀਅਤ ਦਿੱਤੀ ਗਈ ਹੈ, ਕਿਉਂਕਿ ਮੇਰੇ ਖਿਆਲ 4 ਤੋਂ 5 ਬੰਦੇ ਜਿਹੜੇ ਹੈਗੇ ਉਹ ਪੰਜਾਬ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਤਾਂ ਸੰਬੰਧਿਤ ਹੈਗੇ ਹੀ ਨੇ। ਚਾਹੇ ਉਹ ਚਰਨਜੀਤ ਸਿੰਘ ਚੰਨੀ ਹੋਣ, ਚਾਹੇ ਮਨੀਸ਼ ਤਿਵਾੜੀ ਹੋਣ, ਸੁਖਜਿੰਦਰ ਰੰਧਾਵਾ ਹੋਣ, ਅੰਬਿਕਾ ਸੋਨੀ ਹੋਣ, ਉਹ ਵੀ ਪੰਜਾਬ ਤੋਂ ਨੇ ਤੇ ਪੰਜਾਬ ਤੋਂ ਹੀ ਰਾਜ ਸਭਾ ਦੇ ਮੈਂਬਰ ਵੀ ਰਹੇ ਨੇ। ਇਹ ਸਾਰੇ ਜਿਹੜੇ ਮੈਂਬਰ ਨੇ
ਇਹ ਪਹਿਲੀ ਵਾਰ ਦੇਖ ਕੇ ਲੱਗ ਰਿਹਾ ਸੀ ਕਿ ਪੰਜਾਬ ਨੂੰ ਇੰਨੀ ਨੁਮਾਇੰਦਗੀ ਕਿਉਂ ਦਿੱਤੀ ਹੋਈ ਹੈ। ਉਹਦਾ ਇੱਕ ਕਾਰਨ ਤਾਂ ਇਹ ਵੀ ਹੈ ਕਿ ਹਜੇ ਇੱਕ ਜਿਹੜਾ ਖਿੱਤਾ ਪੰਜਾਬ ਇਹੋ ਜਿਹਾ ਰਹਿ ਗਿਆ, ਜਾਂ ਰਾਜਸਥਾਨ ਇਹੋ ਜਿਹਾ ਰਹਿ ਗਿਆ ਜਿੱਥੇ ਸਰਕਾਰ ਉਹਨਾਂ ਦੀ ਬਣ ਸਕਦੀ ਹੈ, ਜੇ ਸੰਭਾਵਨਾ ਵੀ ਹੈਗੀ ਹੈ, ਹਜੇ ਉਹ ਮੁੱਕੀ ਨਹੀਂ ਹੈ ਉਹਨਾਂ ਦੀ ਸੰਭਾਵਨਾ। ਸੋ ਇਹ ਚ ਇੱਕ ਜਿਹੜਾ ਸਭ ਤੋਂ ਵੱਡਾ ਨਾਮ ਹੀ ਗਾਇਬ ਹੋ ਗਿਆ, ਉਸ ਤੋਂ ਉਹਨੂੰ ਦੇਖ ਕੇ ਹੈਰਾਨੀ ਵੀ ਬਹੁਤ ਸੀ, ਉਹ ਸੀ ਨਵਜੋਤ ਸਿੱਧੂ ਦਾ, ਕਿ ਨਵਜੋਤ ਸਿੱਧੂ ਨੂੰ ਕਿਤੇ ਵੀ ਨਹੀਂ ਹੈ। ਚਾਹੇ ਅਸੀਂ ਬਾਰ-ਬਾਰ ਇਹ ਗੱਲਾਂ ਕਰ ਰਹੇ ਹਾਂ ਵੀ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਦੀ ਹੋ ਕੇ ਚਰਨਜੀਤ ਸਿੰਘ ਚੰਨੀ ਨੂੰ ਮਤਲਬ ਉਹ ਭਾਰੀ ਪਏ ਨੇ ਉਹਨਾਂ ਦੇ ਉੱਤੇ, ਤੇ ਉਹਨਾਂ ਨੂੰ ਉੱਥੇ ਨੁਮਾਇੰਦਗੀ ਮਿਲ ਗਈ ਹੈ CWC ਦੇ ਵਿੱਚ। ਪਰ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ, ਇਹ ਫਿਰ ਵੀ ਕਿਤੇ ਨਾ ਕਿਤੇ ਅਹਿਮ ਪੋਸਟਾਂ ਤੇ ਇੱਥੇ ਲੱਗੇ ਹੀ ਹੋਏ ਨੇ। ਇੱਕ ਕੋਲੇ ਵਿਪਕਸ਼ ਦੇ ਨੇਤਾ ਦੀ ਜ਼ਿੰਮੇਵਾਰੀ ਹੈ, ਔਰ ਇੱਕ ਦੇ ਤੌਰ ਤੇ ਇੱਕ ਪ੍ਰਧਾਨ ਦੇ ਤੌਰ ਤੇ ਹੈ। ਜਦੋਂ ਵੀ ਇੱਥੇ ਦੀਆਂ ਸੀਟਾਂ ਦੀ ਵੰਡ ਵੰਡਾਈ ਹੋਊਗੀ ਤਾਂ ਉਹਦੇ 'ਚ ਇਹਨਾਂ ਦਾ ਰੋਲ ਤਾਂ ਅਹਿਮ ਰਹੂਗਾ ਹੀ। ਇਹਦੇ 'ਚ ਮਤਲਬ ਇਹ ਕੋਈ ਆਪਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਇਹਨਾਂ ਨੂੰ ਇਗਨੋਰ ਕੀਤਾ ਗਿਆ ਜ਼ਿਆਦਾ। ਠੀਕ ਹੈ ਕਿ CWC 'ਚ ਨਹੀਂ ਲਿੱਤਾ, ਅੱਗੇ ਕੈਪਟਨ ਅਮਰਿੰਦਰ ਸਿੰਘ ਹੋਣੀ ਜਿਹੜੇ ਹੈਗੇ ਨੇ ਉਹ ਮੁੱਖ ਮੰਤਰੀ ਹੁੰਦੇ ਹੋਏ ਵੀ ਉੱਥੇ CWC 'ਚ ਸਪੈਸ਼ਲ ਇਨਵਾਈਟੀ ਦੇ ਤੌਰ ਤੇ ਜਾਂ ਇਨਵਾਈਟੀ ਦੇ ਤੌਰ ਤੇ ਹੁੰਦੇ ਸੀ। ਪਰ ਐਤਕੀ ਤਾਂ ਉਹਨਾਂ ਨੂੰ ਮਤਲਬ ਜਿਹੜੇ ਇਹ ਦੋ ਹੈਗੇ ਆ, ਇਹਨਾਂ ਨੂੰ ਬਿਲਕੁਲ ਹੀ ਇਗਨੋਰ ਕਰਤਾ। ਪਰ ਜਿਹੜਾ ਨਵਜੋਤ ਸਿੱਧੂ ਹੈ, ਇਹਨੂੰ ਕਿਉਂ ਨਹੀਂ ਕੀਤਾ? ਜੇ ਮੈਂ ਪੂਰੀ ਲਿਸਟ ਦੇਖਦਾ ਤਾਂ ਮੈਨੂੰ ਇਹ ਲੱਗਦਾ ਹੈ ਕਿ ਅੱਜ ਦੀ ਡੇਟ ਦੇ ਵਿੱਚ ਵੀ ਕਾਂਗਰਸ ਕੋਲੇ ਸਟੇਟ ਦੇ ਵਿੱਚੋਂ ਕੋਈ ਕਿਹੋ ਜਿਹਾ ਲੀਡਰ ਨਹੀਂ ਹੈ ਜਿਹਦੀ ਪੂਰੇ ਕੰਟਰੀ ਦੇ ਵਿੱਚ ਐਕਸੈਪਟੈਂਸ ਹੋਵੇ। ਯਾਨੀ ਕਿ ਜਦੋਂ ਕੋਈ ਇਲੈਕਸ਼ਨ ਹੋਏ ਕਿਤੇ ਵੀ ਕਿਸੇ ਵੀ ਸਟੇਟ ਦੇ ਵਿੱਚ, ਤਾਂ ਸਿੱਧੂ ਨੂੰ ਐਜ਼ ਪ੍ਰਚਾਰਕ ਦੇ ਤੌਰ ਤੇ ਬੁਲਾਇਆ ਜਾ ਸਕਦਾ ਹੋਵੇ। ਸਿੱਧੂ ਤੋਂ ਇਲਾਵਾ ਕੋਈ ਵੀ, ਤੁਸੀਂ ਦੇਖ ਲਓ ਜਿੰਨੇ ਵੀ ਆਪਾਂ ਵੱਡੇ ਵੱਡੇ ਦਿੱਗਜਾਂ ਦੇ ਨਾਮ ਲਿੱਤੇ ਨੇ, ਇਹਨਾਂ ਚੋਂ ਤੁਹਾਨੂੰ ਕੋਈ ਵੀ ਇੱਕ ਐਜਾ ਨਜ਼ਰ ਨਹੀਂ ਆਊਗਾ ਜਿਹਦੇ ਬਾਰੇ ਇਹ ਕਿਹਾ ਜਾ ਸਕੇ ਕਿ ਉਹਦੀ ਮੰਗ ਉੜੀਸਾ 'ਚ ਵੀ ਉਨੀ ਹੈ, ਉਹਦੀ ਮੰਗ ਕੇਰਲਾ 'ਚ ਵੀ ਉਨੀ ਹੈ, ਉਹਦੀ ਮੰਗ ਮਹਾਰਾਸ਼ਟਰ 'ਚ ਵੀ ਉਨੀ ਹੈ। ਇਹ ਕੱਲਾ ਉਹੀ ਲੀਡਰ ਹੈ, ਤੇ ਫਿਰ ਵੀ ਉਹਨੂੰ ਨਹੀਂ ਲਿੱਤਾ ਗਿਆ। ਇਹ ਇੱਕ ਅਹਿਮ ਸਵਾਲ ਹੈ ਵੀ ਇਹ ਕਿਉਂ ਨਹੀਂ ਲਿੱਤਾ ਗਿਆ। ਦੂਜਾ, ਜਿਹੜੇ ਤੁਸੀਂ ਗੱਲ ਕਰਦੇ ਹੋ ਉਹ ਬਿਲਕੁਲ ਠੀਕ ਹੈ ਕਿ ਨਵਜੋਤ ਸਿੱਧੂ ਕਿਸੇ ਦੀ ਈਨ ਨਹੀਂ ਮੰਨਦੇ। ਆਪਾਂ ਸ਼ੁਰੂ ਤੋਂ ਹੀ ਦੇਖਿਆ, ਚਾਹੇ ਉਹ ਜਦੋਂ ਕ੍ਰਿਕਟ ਟੀਮ ਦੇ ਵਿੱਚ ਸੀ ਉਦੋਂ ਦੇ ਕਪਤਾਨ ਮੁਹੰਮਦ ਅਜ਼ਹਰੁਦੀਨ ਨਾਲ ਉਹਨਾਂ ਦਾ ਝਗੜਾ ਹੋਵੇ, ਚਾਹੇ ਉਸ ਤੋਂ ਬਾਅਦ ਜਦੋਂ ਪੋਲਿਟਿਕਸ ਆ ਜਾਣ ਤਾਂ ਫਿਰ ਉਹਨਾਂ ਨੇ ਤਾਂ ਵੀ ਈਨ ਨਹੀਂ ਮੰਨੀ। ਬਿਕਰਮ ਸਿੰਘ ਮਜੀਠੀਆ ਹੋਰਾਂ ਨਾਲ ਉਹਨਾਂ ਦੇ ਪੂਰੀ ਖੈਰ ਰੱਖੀ। ਇਸ ਤਰ੍ਹਾਂ ਹੀ ਹੋਰ ਲੰਬੀ ਲਿਸਟ ਹੈ, ਵੀ ਆਪਾਂ ਇਹਨੂੰ ਕਰਾਂਗੇ ਤਾਂ ਬਹੁਤ ਟਾਈਮ ਹੋ ਜਾਏਗਾ। ਇਸ ਤੇ ਮੈਨੂੰ ਇਹ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਵਰਗਾ ਬੰਦਾ ਜਿਹੜਾ ਹੈਗਾ, ਉਹਦੀ ਇੱਕ ਆਪਣੀ ਲਾਈਨ ਹੈ, ਔਰ ਜਿਹੜੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਨੇ ਉਹਦੇ ਵਿੱਚੋਂ ਫਿੱਟ ਨਹੀਂ ਬੈਠਦੇ, ਕਿਉਂਕਿ ਨੈਸ਼ਨਲ ਪਾਰਟੀਆਂ ਦੀ ਪੋਲਿਟਿਕਸ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਹੁੰਦੀ ਹੈ, ਸਟੇਟ ਪਾਰਟੀਆਂ ਦੀ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਹੁੰਦੀ ਹੈ। ਮੈਨੂੰ ਲੱਗਦਾ ਕਿ ਉਹ ਇੱਕ ਵਧੀਆ ਰੀਜਨਲ ਪਾਰਟੀ ਦੇ ਹੀ ਲਾਇਕ ਨੇ, ਜਿਹਦੀ ਕਮਾਂਡ ਵੀ ਉਹਨਾਂ ਕੋਲ ਹੋਵੇ, ਯਾਨੀ ਸਭ ਕੁਝ ਉਹ ਖੁਦ ਹੀ ਕਰ ਸਕਦੇ ਹੋਣ। ਮੈਂ ਆਪਾਂ ਪਹਿਲਾਂ ਵੀ ਇਸ ਗੱਲ ਦੇ ਉੱਤੇ ਡਿਸਕਸ ਕੀਤਾ ਸੀ ਕਿ ਨਵਜੋਤ ਸਿੱਧੂ ਦੀ ਇੱਕ ਦਿੱਕਤ, ਜਿੱਥੇ ਇਹ ਉਹਨਾਂ ਦਾ ਮਤਲਬ ਸਟਰੈਂਥ ਹੈ ਉਹਨਾਂ ਦੀ, ਇਹ ਉੱਥੇ ਉਹਨਾਂ ਦੀ ਇੱਕ ਦਿੱਕਤ ਵੀ ਹੈਗੀ ਹੈ ਕਿ ਉਹ ਬਣੀ ਬਣਾਈ ਸਟੇਜ ਤੇ ਤਾਂ ਨੱਚ ਸਕਦੇ ਆ, ਪਰ ਸਟੇਜ ਬਣਾ ਨਹੀਂ ਸਕਦੇ। ਇਹ ਉਹਨਾਂ ਦੀ ਇੱਕ ਦਿੱਕਤ ਵੀ ਹੈਗੀ ਹੈ। ਜਦਕਿ ਜਿਹੜੀ ਉਹਨਾਂ 'ਚ ਮਤਲਬ ਉਹਨਾਂ ਦੀ ਜਿਹੜੀ ਸਟਰੈਂਥ ਹੈ ਉਹ ਇਹ ਹੈ ਕਿ ਅਗਰ ਉਹ ਕਿਸੇ ਰੀਜਨਲ ਪੋਲੀਟੀਕਲ ਪਾਰਟੀ ਦੇ ਸਰਵਾ ਹੋਣ ਤਾਂ ਮੈਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਬਿਹਤਰ ਪੰਜਾਬ ਲਈ ਕੰਮ ਕਰ ਸਕਦੇ ਆ। ਜੀ, ਤੁਸੀਂ ਬਿਲਕੁਲ ਠੀਕ ਕਿਹਾ। ਇੱਕ ਦੌਰ ਸੀਗਾ ਜਦੋਂ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਪੰਗੇ 'ਚ ਆ ਗਏ। ਉਹ ਪਾਰਲੀਮਾਨੀ ਇਲੈਕਸ਼ਨ ਸੀਗੀ 2019 ਵਾਲੀ, ਬਠਿੰਡੇ ਦੀ ਸਟੇਜ ਦੇ ਉੱਤੋਂ ਉਹਨਾਂ ਨੇ 75-25 ਦੀ ਗੱਲ ਕਰਤੀ ਸੀ। ਰਾਜਾ ਵੜਿੰਗ ਹੋਣਾ ਦੀ ਉਹ ਇਲੈਕਸ਼ਨ ਸੀਗੀ, ਔਰ ਉਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ। ਉਹਨਾਂ ਨੂੰ ਬਿਜਲੀ ਮੰਤਰਾਲਾ ਦੇਤਾ ਸਥਾਨਕ ਸਰਕਾਰਾਂ ਲੈ ਕੇ, ਤੇ ਉਹ ਫਿਰ ਗੁੰਮਨਾਮ ਹੋ ਗਏ। ਉਹ ਦੌਰ ਸੀ ਜਦੋਂ ਆਮ ਤੌਰ ਤੇ ਮੰਨਿਆ ਜਾਂਦਾ ਸੀ ਕਿ ਜੇ ਸਿੱਧੂ ਸਿਆਸਤ ਦੇ ਵਿੱਚ ਹੁਣ ਲਈ ਖਿੱਚ ਕੇ ਇੱਕ ਖੇਤਰੀ ਪਾਰਟੀ ਦਾ ਗਠਨ ਕਰ ਦੇਣ ਤਾਂ ਅੱਜ ਆਮ ਆਦਮੀ ਪਾਰਟੀ ਦੀ ਜਗ੍ਹਾ ਉਹਨਾਂ ਦੀ ਗਵਰਨਮੈਂਟ ਹੁੰਦੀ। ਔਰ ਉਸ ਵੇਲੇ ਇੱਕ ਬਹੁਤ ਸੋਹਣਾ ਫਾਰਮੂਲਾ ਵੀ ਅੱਗੇ ਵੱਧ ਰਿਹਾ ਸੀਗਾ। ਪ੍ਰਗਟ ਸਿੰਘ ਜਿਹੜੇ ਖਿਡਾਰੀ ਹੈ ਔਰ ਥੋੜੇ ਜਿਹੇ ਸੰਜਮੀ ਨੇ ਤੇ ਸਹਿਨਸ਼ੀਲ ਨੇ, ਉਹ ਉਹਨਾਂ ਦੇ ਸੰਗਠਨ ਦੀ ਜ਼ਿੰਮੇਵਾਰੀ ਸੰਭਾਲਣ ਲਈ ਰੈਡੀ ਵੀ ਸੀਗੇ। ਉਹ ਪਾਰਟੀ ਚਲਾਉਣ ਲਈ ਜਿਹੜੀ ਕੋਈ ਨਵਜੋਤ ਸਿੰਘ ਸਿੱਧੂ ਬਣਾਉਂਦੇ, ਜੇ ਉਹ ਪ੍ਰਗਟ ਸਿੰਘ ਉਸ ਪਾਰਟੀ ਨੂੰ ਚਲਾ ਸਕਦੇ ਔਰ ਸਿੱਧੂ ਚਿਹਰਾ ਹੁੰਦੇ, ਮੇਰਾ ਖਿਆਲ ਪੰਜਾਬ ਦੇ ਵਿੱਚ ਗਵਰਨਮੈਂਟ ਇਹਨਾਂ ਦੀ ਹੁੰਦੀ, ਕਿਉਂਕਿ ਇਹਨਾਂ ਕੋਲ ਬਹੁਤ ਢੁਕਵਾਂ ਸਮਾਂ ਸੀ। ਜਦੋਂ 2017 ਦੀ ਇਲੈਕਸ਼ਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ ਔਰ ਬੈਂਸ ਬ੍ਰਦਰਸ ਦਾ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਣਾ ਅੱਗੇ ਵਧਿਆ ਸੀ, ਤੇ ਸਿੱਧੂ ਇਹ ਕਹਿ ਕੇ ਆ ਗਏ ਸੀ ਵੀ ਇਹਦਾ ਫਾਇਦਾ ਅਕਾਲੀਆਂ ਨੂੰ ਹੋਣਾ, ਔਰ ਇਸ ਕਰਕੇ ਵੀ ਅਜੇ ਬਹੁਤ ਥੋੜਾ ਸਮਾਂ ਰਹਿ ਗਿਆ
ਤੇ ਥੋੜੇ ਸਮੇਂ ਦੇ ਵਿੱਚ ਕੋਈ ਸੰਗਠਨ ਨਹੀਂ ਬਣ ਸਕਦਾ ਤੇ ਇਹਦਾ ਫਾਇਦਾ ਵੋਟ ਵੰਡ ਤੋਂ ਬਾਅਦ, ਜਿੱਦਾਂ ਮਨਪ੍ਰੀਤ ਬਾਦਲ ਦੀ ਪੀਪੀਪੀ ਪਾਰਟੀ ਜਿਹੜੀ ਸੀ ਉਹਨੇ ਅਕਾਲੀਆਂ ਨੂੰ ਦੁਬਾਰਾ ਸੱਤਾ 'ਚ ਲਿਆਉਣ 'ਚ ਮਦਦ ਕੀਤੀ ਸੀ, ਅਸੀਂ ਉਹੋ ਜਿਹੀ ਗਲਤੀ ਨਹੀਂ ਦੁਹਰਾਉਣਾ ਚਾਹੁੰਦੇ। ਸੋ ਉਹਨਾਂ ਨੇ ਇਹ ਕਹਿ ਕੇ ਕਾਂਗਰਸ ਦੇ ਵਿੱਚ ਸ਼ਮੂਲੀਅਤ ਕਰ ਲਈ ਸੀਗੀ। ਪਰ ਜਦੋਂ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਲੜ ਕੇ 2019 ਤੋਂ ਬਾਅਦ ਖਾਮੋਸ਼ ਹੋ ਜਾਂਦੇ ਆ ਤੇ ਉਦੋਂ ਕੋਈ ਇਹੋ ਜਿਹੀ ਸਥਿਤੀ ਨਹੀਂ ਸੀ। ਜੇ ਉਹ ਲੜਨਾ ਚਾਹੁੰਦੇ ਹੁੰਦੇ, ਜੇ ਉਹ ਜੁਰਤ ਨਾਲ ਕੁਝ ਸਮਾਂ ਬਿਤਾਉਣਾ ਚਾਹੁੰਦੇ ਹੁੰਦੇ, ਜੇ ਉਹ ਸਟਰਗਲ ਕਰਨਾ ਚਾਹੁੰਦੇ, ਲੋਕਾਂ ਨੂੰ ਮੋਬਿਲਾਈਜ਼ ਕਰਨਾ ਚਾਹੁੰਦੇ, ਉਹਨਾਂ ਕੋਲ ਬੜਾ ਲੰਬਾ ਸਮਾਂ ਸੀਗਾ। ਔਰ ਚਾਹੁੰਦੇ ਤਾਂ ਪੰਜਾਬ ਦੇ ਵਿੱਚ ਅੱਜ ਮੁੱਖ ਮੰਤਰੀ ਹੁੰਦੇ, ਜਿਨ੍ਹਾਂ ਨੂੰ ਦਿੱਲੀ ਤੋਂ ਨਹੀਂ ਸੀ ਪੁੱਛਣਾ ਪੈਣਾ, ਜਿਨ੍ਹਾਂ ਨੂੰ ਸਿਰਫ ਤੇ ਸਿਰਫ ਆਪਣੀਆਂ ਨੀਤੀਆਂ ਤੇ ਸਖਤ ਫੈਸਲੇ ਲੈਣ ਲਈ ਕੋਈ ਹੋਰ ਕੁਝ ਲੋੜ ਨਹੀਂ ਸੀ ਹੋਣੀ। ਪਰ ਅਫਸੋਸ ਅੱਜ ਨਵਜੋਤ ਸਿੰਘ ਸਿੱਧੂ ਦਾ ਉਹ ਕ੍ਰਿਸ਼ਮਾ ਬਰਕਰਾਰ ਨਹੀਂ ਹੈ। ਜੇ ਇੱਕ ਵਾਰੀ ਉਹ ਆਪਣੀ ਸਮੀਖਿਆ ਕਰਨ ਜਾਂ ਦੁਬਾਰਾ ਲੋਕਾਂ ਨੂੰ ਯਕੀਨ ਦਿਵਾ ਸਕਣ ਤੇ ਪਤਾ ਨਹੀਂ, ਪਰ ਜਿਹੜੇ ਉਹਨਾਂ ਦੇ ਪਿਛਲੇ ਦਿਨਾਂ ਦੇ ਐਕਟ ਆ, ਉਹਨਾਂ ਨੇ ਲੋਕ ਮਨਾਂ 'ਚ ਉਹਨਾਂ ਦੀ ਲੋਕਪ੍ਰਿਯਤਾ ਨੂੰ ਘਟਾਇਆ। ਪਰ ਅਸੀਂ ਬਹਿਸ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਕੱਲ ਕ੍ਰਿਟਿਸਾਈਜ਼ ਵੀ ਕੀਤਾ ਗਿਆ, ਉਸ ਗੱਲ ਨੂੰ ਬਹਿਸ 'ਚ ਲਿਆਂਦਾ ਗਿਆ ਔਰ ਲੋਕ ਚਾਹੁੰਦੇ ਸੀ ਵੀ ਇਹਦੇ ਤੇ ਹੋਰ ਖੁੱਲੀ ਬਹਿਸ ਹੋਵੇ ਕਿ ਪੰਜਾਬ ਦੇ ਵਿੱਚ ਪੂਰਾ ਪੋਲੀਟੀਕਲ ਵੈਕਿਊਮ ਆ, ਸਿਆਸੀ ਖਲਾ ਹੈ ਤੇ ਇਸ ਖਲਾ ਦੇ ਵਿੱਚ ਹੋਰ ਕੀ ਹੋ ਸਕਦਾ। ਨਵਜੋਤ ਸਿੰਘ ਸਿੱਧੂ ਨੂੰ ਕੀ ਇੱਕ ਨੁਕਤਾ ਨਜ਼ਰ ਨਾਲ ਦੇਖਿਆ ਜਾ ਸਕਦਾ ਕਿ ਉਹ ਜਿਹੜੀ ਆਉਣ ਵਾਲੀ ਪਾਰਲੀਮਾਨੀ ਇਲੈਕਸ਼ਨ ਆ ਉਹਦੇ ਵਿੱਚ ਵੀ ਕੋਈ ਲਾਈਕ ਮਾਈਂਡਡ ਲੋਕਾਂ ਦਾ ਧੜਾ ਬਣਾ ਕੇ 13 ਬੰਦਿਆਂ ਨੂੰ ਖਿਲਾਰ ਸਕਦੇ ਆ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਪ੍ਰਬੰਧ ਹੋ ਜੇ? ਭਾਸਕਰ ਸਾਹਿਬ ਗੱਲ ਤੋਰੋ। ਗੱਲ ਅਗਰ ਸਿੱਧੂ ਦੇ ਪੋਲੀਟੀਕਲ ਕੈਰੀਅਰ ਦੀ ਦੇਖੀਏ ਤੇ 2017 ਦੇ ਵਿੱਚ ਜਦ ਇਹਨਾਂ ਨੇ ਕਾਂਗਰਸ ਜੁਆਇਨ ਕੀਤੀ ਸੀ, ਤਦ ਤੋਂ ਲੈ ਕੇ ਅੱਜ ਤੱਕ ਲਗਾਤਾਰ ਇੱਕ ਅਟਕਲਾਂ ਲੱਗਦੀ ਹੈ ਵੀ ਸਿੱਧੂ ਕਾਂਗਰਸ ਦੇ ਵਿੱਚ ਇੱਕ ਵੱਡਾ ਚਿਹਰਾ ਹੋਏਗਾ। ਜਦ 10 ਮਹੀਨੇ ਦੇ ਕਰੀਬ ਹੈ ਜੇਲ੍ਹ ਵਿੱਚ ਸੀਗੇ, ਤਦ ਵੀ ਇਹ ਗੱਲ ਚੱਲਦੀ ਸੀਗੀ ਕਿ ਪ੍ਰਿਯੰਕਾ ਗਾਂਧੀ ਦਾ ਕੋਈ ਦੂਤ ਉੱਥੇ ਜਾ ਕੇ ਮਿਲਿਆ, ਇੱਕ ਚਿੱਠੀ ਦਿੱਤੀ, ਇੱਕ ਗੱਲ ਕੀਤੀ ਕਿ ਜੇਲ੍ਹ ਤੋਂ ਬਾਹਰ ਆ ਕੇ ਤੁਹਾਡੇ ਵਾਸਤੇ ਤੁਹਾਡੇ ਇੱਕ ਵੱਡਾ ਅਹੁਦਾ ਵੇਟ ਕਰ ਰਿਹਾ ਹੈ। ਕੱਲ ਜਿਹੜੀ ਜਦ CWC ਦੀ ਜਿਹੜੀ ਲਿਸਟ ਬਣਦੀ ਹੈ ਮੈਂਬਰਸ ਦੀ, ਉਹਦੇ ਵਿੱਚ ਸਿੱਧੂ ਦਾ ਨਾਮ ਨਾ ਹੋਣਾ, ਉਹ ਘੱਟ ਤੋਂ ਘੱਟ ਜਿਹੜੇ ਸਿੱਧੂ ਦੇ ਸਪੋਰਟਰ ਸੀ, ਜਿਹੜੇ ਜੇਲ੍ਹ ਦੇ ਵਿੱਚ ਵੀ ਅਕਸਰ ਜਾਂਦੇ ਸੀਗੇ, ਉਹ ਵੀ ਟੀਮ ਟੁੱਟ ਗਈ ਪਿੱਛੇ ਜਦ ਅਸ਼ਵਨੀ ਸ਼ੇਖੜੀ ਉਹਨਾਂ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ, ਨਵਤੇਜ ਚੀਮਾ ਉਹਨਾਂ ਨਜ਼ਰ ਨਹੀਂ ਆਉਂਦੇ। ਯਾਨੀ ਨਵਜੋਤ ਸਿੰਘ ਸਿੱਧੂ ਭਾਵੇਂ ਅੱਜ ਕੱਲ ਆਪਣੀ ਪਤਨੀ ਦੇ ਇਲਾਜ ਦੇ ਵਿੱਚ ਬਿਜ਼ੀ ਹੋਣੇ ਆ, ਪਰ ਪੋਲੀਟੀਕਲੀ ਉਹਨਾਂ ਦਾ ਹਾਸ਼ੀਆ ਤੇ ਚਲੇ ਜਾਣਾ ਉਹ ਉਹਨਾਂ ਦੇ ਵਾਸਤੇ ਵੀ ਔਰ ਉਹਨਾਂ ਦੀ ਟੀਮ ਵਾਸਤੇ ਵੀ ਬੜਾ ਇੱਕ ਅਜੀਬ ਜੀ ਗੱਲ ਹੈਗੀ। ਪਰ ਚਲੋ, ਨਵਜੋਤ ਸਿੰਘ ਸਿੱਧੂ ਕਦੀ ਕਿਸੇ ਤੋਂ ਦੱਬ ਕੇ ਨਹੀਂ ਰਹੇ। ਜੇ ਬੀਜੇਪੀ 'ਚ ਰਹਿੰਦੇ ਤੁਸੀਂ ਕਹਿ ਕੇ ਹਟੇ ਹੋ ਕਿ ਉਹਨਾਂ ਨੂੰ ਵੱਡੇ ਤੋਂ ਵੱਡਾ ਅਹੁਦਾ ਮਿਲ ਸਕਦਾ ਸੀਗਾ, ਜੇ ਅਕਾਲੀ ਦਲ ਦੇ ਨਾਲ ਵੀ ਬਣਾ ਕੇ ਰੱਖਦੇ ਤੇ ਬਹੁਤ ਵਧੀਆ ਤੇ ਉੱਤੇ ਜਾਂਦੇ, ਔਰ ਕਾਂਗਰਸ ਦੇ ਵਿੱਚ ਵੀ ਜੇ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝ ਰੱਖਦੇ ਤੇ ਉਹਨਾਂ ਨੂੰ ਕੋਈ ਵੱਡੇ ਅਹੁਦਿਆਂ ਤੋਂ ਹਟਾ ਨਹੀਂ ਸਕਦਾ ਸੀਗਾ। ਅੱਜ ਨਵਜੋਤ ਸਿੰਘ ਅੱਗੇ ਚੱਲ ਕੇ ਕਿੱਥੇ ਹੋਏਗਾ, ਉਹਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਤੇ ਲੱਗਿਆ ਹੋਇਆ, ਕਿਉਂਕਿ ਉਹ ਵੀ ਖਾਸ ਕਰਕੇ ਤਦ ਜਦ ਨਵਜੋਤ ਸਿੰਘ ਸਿੱਧੂ ਬਤੌਰ ਕੈਪਟਨ ਟੀਮ ਦਾ ਉਹ ਆਪਣੇ ਆਪ ਵਿੱਚ ਕਿਸੇ ਜਗ੍ਹਾ ਉਹਨਾਂ ਦੀ ਸਫਲਤਾ ਦੀ ਸੀੜੀਆਂ ਨੂੰ ਚੜ੍ਹਦੇ ਹੋਏ ਨਜ਼ਰ ਆਉਂਦੇ ਨਹੀਂ। ਪਰ ਚਲੋ, ਰਾਜਨੀਤੀ ਦੇ ਵਿੱਚ ਉਤਾਰ ਚੜਾਵ ਆਉਂਦੇ ਨੇ ਔਰ ਕਾਂਗਰਸ ਨੇ CWC ਲਿਸਟ ਦੇ ਵਿੱਚ ਉਹਨਾਂ ਦਾ ਨਾਂ ਨਾ ਪਾਣਾ ਉਹ ਆਪਣੇ ਆਪ ਵਿੱਚ ਕੁਝ ਸੋਚ ਸਮਝ ਕੇ ਕੀਤਾ ਹੋਇਆ ਫੈਸਲਾ ਹੈ। ਹੋ ਸਕਦਾ ਅੱਗੇ ਚੱਲ ਕੇ ਕੋਈ ਵੱਡਾ ਅਹੁਦਾ ਉਹਨਾਂ ਨੂੰ ਦੇਣਾ ਹੋਏ ਔਰ ਇਸ ਅਹੁਦੇ ਤੋਂ ਜ਼ਿਆਦਾ ਵੱਡੀ ਕੋਈ ਰਿਸਪੌਂਸਿਬਿਲਿਟੀ ਉਹਨਾਂ ਦੇ ਖਾਤੇ 'ਚ ਲਿਖੀ ਹੋਏ। ਇਹ ਵੀ ਅਟਕਲਾਂ ਪੰਜਾਬ ਦੇ ਵਿੱਚ ਚੱਲ ਰਹੀ। ਹਾਂ, ਇਹ ਤੁਸੀਂ ਠੀਕ ਕਹਿ ਰਹੇ ਹੋ ਕਿ ਹੋ ਸਕਦਾ ਉਹਨਾਂ ਲਈ ਸੋਚਿਆ ਹੋਵੇ, ਕੀ ਪਤਾ ਉਹਨਾਂ ਦੀ ਮੰਗ ਦੁਬਾਰਾ ਪੰਜਾਬ ਪ੍ਰਦੇਸ਼ ਦੀ ਪ੍ਰਧਾਨਗੀ ਨਾ ਹੋਵੇ ਔਰ ਉਹਨਾਂ ਨੂੰ ਕਿਹਾ ਗਿਆ ਹੋਵੇ ਕਿ ਬੇਟੇ ਵਾਈਲ ਜਦੋਂ ਕਹਿੰਦੇ ਹੁੰਦੇ ਨਾ, ਰੁਕ ਜਾਓ ਘੜੀ ਦੱਸਦੇ ਆ। ਸੋ ਇਹ ਵੀ ਹੋ ਸਕਦਾ ਔਰ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੀ ਸਹਿਮਤੀ ਨਾ ਬਣੀ ਹੋਵੇ ਕਿਸੇ ਅਹੁਦੇ ਤੇ, ਜਿਹੜੀ ਉਹਨਾਂ ਨਾਲ ਨੈਗੋਸੀਏਸ਼ਨ ਹੋ ਰਹੀ ਹੋਵੇ ਜਾਂ ਉਹਨਾਂ ਨੂੰ ਪੁੱਛਿਆ ਗਿਆ ਹੋਵੇ, ਉਹ ਚਾਹੁੰਦੇ ਹੋਣ ਕਿ ਅਜੇ ਮੈਂ ਰੁਕਣਾ ਚਾਹੁੰਦਾ। 2024 ਬਰੋਹਾਂ ਤੇ ਇਸ ਕਰਕੇ ਫੈਸਲੇ ਤਾਂ ਹੋਣੇ ਹੀ ਨੇ। ਲੋਕਾਂ ਦੀ ਇਹ ਜ਼ਰੂਰ ਮੰਗ ਹੈ, ਲੋਕਾਂ ਦੀ ਇਹ ਗੱਲਬਾਤ ਦੇ ਵਿੱਚੋਂ ਲੱਭਦਾ ਹੈ ਕਿ ਕੋਈ ਆਮ ਆਦਮੀ ਪਾਰਟੀ ਦੇ ਸਮਾਨਾਂਤਰ ਕੋਈ ਐਸਾ ਧੜਾ, ਕੋਈ ਐਸੀ ਧਾਰਾ ਹੋਣੀ ਚਾਹੀਦੀ ਹੈ, ਕਿਉਂਕਿ ਰਵਾਇਤੀ ਪੋਲਿਟਿਕਸ ਨੂੰ ਕਿਸੇ ਨੇ ਮੂੰਹ ਨਹੀਂ ਲਾਇਆ। ਮੈਂ ਇੰਦਰਪ੍ਰੀਤ ਜੀ ਇਸ ਗੱਲ ਨੂੰ ਅੱਗੇ ਵਧਾਊਂਗਾ ਕਿ ਕੱਲ ਜਦੋਂ ਅਕਾਲੀ ਦਲ ਨੇ ਸੰਗਰੂਰ ਦੇ ਵਿੱਚ ਸੰਤ ਲੌਂਗੋਵਾਲ ਦੀ ਬਰਸੀ ਦਾ ਪ੍ਰੋਗਰਾਮ ਕੀਤਾ, ਉੱਥੇ ਵੀ ਭਾਰੀ ਇਕੱਠ ਨਹੀਂ ਸੀ। ਸ਼ਾਇਦ ਬੀਜੇਪੀ ਢੀਂਡਸਿਆਂ ਦੀ ਜਿਹੜੀ ਰੈਲੀ ਸੀਗੀ ਉਹਦੇ ਵਿੱਚ ਵੀ ਉਹ ਰੌਣਕ ਜਿਹਨੂੰ ਮੰਨਿਆ ਜਾਂਦਾ ਹੈ ਕਿ ਰਿਕਾਰਡ ਤੋੜ ਇਕੱਠ ਹੋ ਵੀ ਨਹੀਂ ਸੀ। ਸਭ ਤੋਂ ਜ਼ਿਆਦਾ ਖਤਰਨਾਕ ਜੋ ਹੋਇਆ ਉਹ ਸੀ ਅਮਨ ਅਰੋੜਾ ਦਾ ਉੱਥੇ ਪੁੱਜਣਾ। 100 ਕੁਰਸੀਆਂ ਲੱਗੀਆਂ ਹੋਣੀਆਂ, ਜੇ ਟ੍ਰਿਬਿਊਨ ਦੀ ਖਬਰ ਨੂੰ ਤੁਸੀਂ ਸਹੀ ਮੰਨੋ ਤਾਂ ਉੱਥੇ 100 ਲੋਕਾਂ ਦਾ ਵੀ ਇਕੱਠੇ ਨਾ ਹੋਣਾ ਤੇ ਉਹਨਾਂ ਦਾ ਮੰਚ ਵੱਲ ਜਾਣਾ ਵੀ ਨਾ, ਸਟੇਜ ਜਿਹੜੀ ਛੋਟੀ ਮੋਟੀ ਲਾਈ ਹੋਊਗੀ ਤੇ ਉੱਥੋਂ ਹੀ ਸ਼ਰਧਾ ਦੇ ਫੁੱਲ ਭੇਂਟ ਕਰਕੇ ਚਲੇ ਜਾਣਾ। ਇਹ ਸਾਰੇ ਸਵਾਲ ਇੰਡੀਕੇਟ ਕਰਦੇ ਆ ਕਿ ਲੋਕਾਂ ਦੇ ਵਿੱਚ ਜਿਹੜੀ ਅਨਰੈਸਟ ਸੀ, ਬੇਚੈਨੀ ਸੀ, ਉਹਨੂੰ ਅਜੇ ਰਾਹ ਨਹੀਂ ਮਿਲਿਆ ਔਰ ਉਹ ਬੇਚੈਨੀ ਅਜੇ ਉਵੇਂ ਦੀ ਉਵੇਂ ਦੱਬੀ ਹੋਈ ਆ। ਜਦੋਂ ਅਸੀਂ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਦੇ ਗਵਰਨਰ ਨਾਲ ਮੀਟਿੰਗ ਕਰਦਿਆਂ ਦੇਖਦੇ ਆ ਨਾ, ਤੇ ਕਿਸਾਨ ਜਥੇਬੰਦੀਆਂ ਦੀ ਜਿਹੜੀ ਤਾਕਤ ਸੀ, ਜੇ ਕਿਧਰੇ ਮੁੜ ਕੇ ਸੰਗਠਿਤ ਹੋ ਕੇ ਮੁੱਦਿਆਂ ਦੇ ਉੱਤੇ ਖੜੀ ਹੋ ਜਾਂਦੀ ਆ ਤਾਂ ਮੁੱਖ ਮੰਤਰੀ ਦੇ ਜਿਹੜੇ ਦਾਅਵੇ ਹੁੰਦੇ ਆ ਰੋਜ਼ ਬੀਮਿਆਂ ਫਸਲਾਂ ਨੂੰ ਲੈ ਕੇ
ਫਸਲਾਂ ਦੇ ਮੁਆਵਜ਼ੇ ਨੂੰ ਲੈ ਕੇ, ਬੱਕਰੀ ਤੋਂ ਭੇਡਾਂ ਤੱਕ ਤੇ ਮੁਰਗੀਆਂ ਤੱਕ, ਉਹ ਸਾਰੀਆਂ ਗੱਲਾਂ ਜੇ ਉਹ ਪੈਸੇ ਨਾ ਦੇ ਸਕੇ ਕਿਉਂਕਿ ਨਿਯਮਤਾ ਕੇਂਦਰ ਦੇ ਆ, ਫਿਰ ਭੱਜ ਨਹੀਂ ਹੋਣਾ। ਲੜਾਈ ਇਸ ਵਾਰੀ ਚੰਡੀਗੜ੍ਹ ਦੇ ਆਸ-ਪਾਸ ਹੋ ਸਕਦੀ ਹੈ ਜਿਹੜੀ ਦਿੱਲੀ ਦੇ ਬਰੂਹਾਂ ਤੇ ਹੋਈ ਸੀ। ਸੋ ਮੈਂ ਇਹ ਸਮਝਣਾ ਚਾਹੁੰਦਾ ਤੁਹਾਡੇ ਤੋਂ ਕਿ ਮੁੱਖ ਮੰਤਰੀ ਮਾਲਵੇ ਨੂੰ ਜਾਣਦੇ ਨੇ, ਔਰ ਮਾਲਵਾ ਜਿਹੜਾ ਉਹ ਜਲੰਧਰ ਨਹੀਂ ਹੁੰਦਾ, ਉਹ ਸੰਗਰੂਰ ਤਾਂ ਹੋ ਸਕਦਾ ਪਰ ਜਲੰਧਰ ਘੱਟੋ ਘੱਟ ਨਹੀਂ ਹੁੰਦਾ। ਮਾਝੇ ਤੇ ਦੁਆਬੇ ਦੀਆਂ ਸੀਟਾਂ ਦੇ ਵਿੱਚ ਤਾਂ ਤੁਸੀਂ ਆਪਣੇ ਜ਼ੋਰ ਤੇ, ਸੱਤਾ ਤੇ, ਤਾਕਤ ਤੇ ਅੱਛੇ ਰਿਜ਼ਲਟ ਦੇ ਸਕਦੇ ਹੋ, ਪਰ ਮਾਝੇ ਤੇ ਦੁਆਬੇ ਦੇ ਵਿੱਚ ਹੀ ਕਾਂਗਰਸ ਤੇ ਅਕਾਲੀ ਦਲ ਦਾ ਵੀ ਸੰਗਠਨ ਉਦਾਂ ਹੀ ਆ ਜਿਵੇਂ ਲੜਾਈ ਲੜਨ ਵਾਲਾ। ਸੋ ਸਾਰੀ ਮੂਵਮੈਂਟ ਚੱਲਦੀ ਆ ਮਾਲਵੇ ਤੋਂ। 8 ਸੀਟਾਂ ਪਲਟੀ ਵੀ ਮਾਰ ਦਿੰਦੀਆਂ ਪੂਰੀ ਤਰ੍ਹਾਂ, ਔਰ ਉਹ ਲਿਹਾਜ਼ ਨਹੀਂ ਕਰਦੀਆਂ ਕਿ ਭਗਵੰਤ ਮਾਨ ਨੇ ਜਾਂ ਆਮ ਆਦਮੀ ਪਾਰਟੀ ਆ, ਉਹ ਵੇਖਦੇ ਆ ਕਿ ਸਾਡੇ ਨਾਲ ਹੋਇਆ ਕੀ ਤੇ ਹੋ ਕੀ ਰਿਹਾ। ਸੋ ਮੈਨੂੰ ਲੱਗਦਾ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਗਵਰਨਰ ਨੂੰ ਮਿਲਣਾ, ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਨੂੰ ਲੈ ਕੇ, ਮੰਗਾਂ ਨੂੰ ਲੈ ਕੇ, ਔਰ ਗਵਰਨਰ ਦਾ ਉਹਨਾਂ ਨੂੰ ਥੋੜਾ ਪੋਜ਼ਿਟਿਵ ਹੁੰਗਾਰਾ ਭਰਨਾ, ਇਹ ਸਰਕਾਰ ਨੂੰ ਘੇਰਨ ਦੀ ਇੱਕ ਰਣਨੀਤੀ ਦੇ ਵਿੱਚ ਬਹੁਤ ਅਹਿਮ ਪੜਾਅ ਹੈ। ਤੇ ਦੂਜੇ ਬੰਨੇ ਪੋਲੀਟੀਕਲ ਪਾਰਟੀਆਂ, ਰਵਾਇਤੀ ਪੋਲੀਟੀਕਲ ਪਾਰਟੀਆਂ ਨੂੰ ਹੁੰਗਾਰਾ ਨਾ ਮਿਲਣਾ ਤੇ ਆਮ ਆਦਮੀ ਪਾਰਟੀ ਨੂੰ ਵੀ ਉਸ ਪੱਧਰ ਦਾ ਹੁੰਗਾਰਾ ਨਾ ਮਿਲਣਾ। ਸਿਰਫ ਮੁੱਖ ਮੰਤਰੀ ਜਿੱਥੇ ਜਾਂਦੇ ਨੇ ਉੱਥੇ ਅਰੇਂਜਮੈਂਟਸ ਹੁੰਦੇ ਨੇ, ਪ੍ਰਬੰਧ ਹੋ ਜਾਂਦੇ ਨੇ, ਅਦਰਵਾਈਜ਼ ਬਾਕੀ ਲੀਡਰਾਂ ਦਾ ਉੱਭਰ ਨਾ ਸਕਣਾ ਔਰ ਲੀਡਰਸ਼ਿਪ ਕ੍ਰਾਈਸਿਸ, ਇਹ ਸਾਰੇ ਮਾਮਲੇ ਅੱਗੇ ਵਧਾਏ। ਰੰਧਾਵਾ ਸਾਹਿਬ, ਆਪਾਂ ਗੱਲ ਸ਼ੁਰੂ ਕਰਦੇ ਹਾਂ ਲੌਂਗੋਵਾਲ ਦੀ ਬਰਸੀ ਤੋਂ ਹੀ, ਜਿੱਥੇ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਕੋਈ ਬਹੁਤਾ ਹੁੰਗਾਰਾ ਨਹੀਂ ਮਿਲਿਆ। ਔਰ ਇਹ ਮੈਂ ਕਈ ਸਾਲਾਂ ਤੋਂ ਦੇਖ ਰਿਹਾ, ਹੁਣ ਕੋਈ ਇਹ ਨਹੀਂ ਹੈ ਕਿ ਹੁਣ ਦਾ ਕੋਈ ਇਦਾਂ ਦਾ ਹੈ, ਲੇਕਿਨ ਮੈਂ ਕਈ ਸਾਲਾਂ ਤੋਂ ਦੇਖ ਰਿਹਾ ਕਿ ਪੋਲੀਟੀਕਲ ਪਾਰਟੀ ਨੂੰ ਉੱਥੇ ਹੁੰਗਾਰਾ ਮਿਲਦਾ ਹੀ ਨਹੀਂ ਹੈ। ਜਦਕਿ ਕਿਸੇ ਟਾਈਮ ਮੈਂ ਖੁਦ ਇਹ ਕਵਰ ਕਰਦਾ ਰਿਹਾ, ਬਹੁਤ ਸਾਲ ਤੋਂ ਕਵਰ ਕਰਦਾ ਸੀ, ਸਪੈਸ਼ਲ ਚੰਡੀਗੜ੍ਹੋਂ ਜਾ ਕੇ ਕਵਰ ਕੀਤੀ ਹੈ। ਔਰ ਉੱਥੇ ਬਹੁਤ ਰਸ਼ ਹੁੰਦਾ ਸੀ, ਕਈ ਵਾਰ ਤਾਂ ਪੈਰ ਰੱਖਣ ਦੀ ਜਗ੍ਹਾ ਵੀ ਨਹੀਂ ਸੀ ਹੁੰਦੀ, ਜਦੋਂ ਤਿੰਨੋਂ ਪਾਰਟੀਆਂ ਮਤਲਬ ਉੱਥੇ ਜਿਹੜੀਆਂ ਸੀਗੀਆਂ, ਇੱਕ ਪਾਸੇ ਸਿਮਰਜੀਤ ਸਿੰਘ ਮਾਨ ਹੋਣੀ ਵੀ ਕਰਦੇ ਸੀ, ਜਿਹੜੀਆਂ ਰਾਮੂ ਵਾਲੀਆਂ ਹੋਣੀ ਵੀ ਕਰਦੇ ਸੀ, ਇਹ ਵੀ ਕਰਦੇ ਸੀਗੇ, ਅਕਾਲੀ ਦਲ ਵਾਲੇ ਤੇ ਬੀਜੇਪੀ ਵਾਲੇ ਔਰ ਕਾਂਗਰਸ ਵਾਲੇ ਸਾਰੇ ਕਰਦੇ ਸੀਗੇ। ਤੋਂ ਅੱਜ ਦੀ ਜਿਹੜੀ ਪੋਜੀਸ਼ਨ ਹੈ ਉਹ ਇਹ ਹੋ ਗਈ ਹੈ ਕਿ ਜਿਵੇਂ ਤੁਸੀਂ ਖੁਦ ਹੀ ਕਿਹਾ, ਸੱਤਾਰੂੜ ਪਾਰਟੀ ਔਰ ਜਿਹਨੇ ਸਾਰੀਆਂ ਹੀ ਸੀਟਾਂ ਉੱਥੇ ਹੁੰਜਦੀਆਂ ਹੋਣ, ਇੱਕ ਵੀ ਸੀਟ ਕਿਸੇ ਹੋਰ ਪੋਲੀਟੀਕਲ ਪਾਰਟੀ ਨੂੰ ਮਿਲੀ ਨਹੀਂ। ਔਰ ਸਭ ਤੋਂ ਜ਼ਿਆਦਾ ਜਿਹੜੀ ਆਪਾਂ ਕਹਿੰਦੇ ਨੇ ਸਭ ਤੋਂ ਵੱਡੇ ਮਾਰਜਨ ਵਾਲੀ ਸੀਟ ਵੀ ਉੱਥੇ, ਜਿੱਥੇ ਅਮਨ ਅਰੋੜਾ, ਉਹਨਾਂ ਦੀ ਆਪਣੀ ਸੀਟ ਹੈ ਔਰ ਉਹਨਾਂ ਦਾ ਆਪਣਾ ਹੀ ਹਲਕੇ ਦੇ ਨਾਲ ਪੈਂਦਾ, ਬਿਲਕੁਲ ਹੀ ਉਹਨਾਂ ਦਾ ਹਲਕਾ, ਤੇ ਉੱਥੋਂ ਮਤਲਬ 100 ਬੰਦਾ ਵੀ ਮਤਲਬ ਉੱਥੇ ਨਾ ਆਏ, ਇਹ ਸੱਚਮੁੱਚ ਸੋਚਣ ਵਾਲੀ ਗੱਲ ਹੋ ਗਈ ਹੈ। ਇਹਦਾ ਇੱਕ ਕਾਰਨ ਇਹ ਹੈ ਕਿ ਜਦੋਂ ਪੋਲੀਟੀਕਲ ਪਾਰਟੀਆਂ ਲੋਕਾਂ ਦੀਆਂ ਅਪੇਖਾਵਾਂ ਦਾ ਲੈਵਲ ਇੰਨਾ ਵਧਾ ਦਿੰਦੀਆਂ ਨੇ ਨਾ ਕਿ ਉਹ ਪੂਰਾ ਕਰਨ ਦੇ ਬਿਲਕੁਲ ਵੀ ਮੁਮਕਿਨ ਹੀ ਨਹੀਂ ਹੁੰਦਾ, ਉਦੋਂ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ। ਦੇਖੋ ਕਿੰਨੀ ਜਲਦੀ, ਮਤਲਬ 3 ਮਹੀਨੇ ਦੇ ਵਿੱਚ ਹੀ ਅਸੀਂ ਮਤਲਬ ਸੰਗਰੂਰ ਹਾਰ ਜਾਂਦੀ ਹੈ ਪਾਰਟੀ, ਉਹ ਪਾਰਟੀ ਜਿਹੜੀ 92 ਸੀਟਾਂ ਲੈ ਕੇ ਆ ਰਹੀ ਹੈ ਔਰ ਵੱਡੇ ਵੱਡੇ ਮਾਰਜਨ ਲੈ ਕੇ ਆ ਰਹੀ ਹੈ। ਇਹ ਨਹੀਂ ਕਿ ਕੋਈ 200-400 ਵੋਟਾਂ ਨਾਲ ਜਿੱਤ ਗਈ ਹੋਵੇ, ਕਿਸੇ ਦਾ ਵੀ ਮਾਰਜਨ ਹਜ਼ਾਰਾਂ ਤੋਂ ਘੱਟ ਕਿਸੇ ਦਾ ਵੀ ਮਾਰਜਨ ਨਹੀਂ ਹੈ। ਉਹ ਪਾਰਟੀ ਜਿਹੜੀ 92 ਸੀਟਾਂ ਲੈ ਕੇ ਇਸ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰ ਰਹੀ ਹੈ, ਇਕੱਲੀ ਪਾਰਟੀ, ਉਹ ਪਾਰਟੀ 3 ਮਹੀਨੇ ਬਾਅਦ ਹੀ ਮੁੱਖ ਮੰਤਰੀ ਦੇ ਆਪਣੇ ਹਲਕੇ ਚੋਂ ਹੀ ਹਾਰ ਜਾਂਦੀ ਹੈ। ਸੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਲੋਕਾਂ ਦੀਆਂ ਜਿਹੜੀਆਂ ਅਪੇਖਾਵਾਂ ਦਾ ਲੈਵਲ ਇੰਨਾ ਵਧਾ ਦਿੰਦੇ ਹੋ ਕਿ ਜਿਹੜਾ ਪੂਰਾ ਹੋਣ ਦੇ ਕਾਬਿਲ ਹੀ ਨਹੀਂ ਹੈ, ਉਹਦਾ ਇਹ ਨਤੀਜਾ ਹੁੰਦਾ। ਮਾਲਵਾ ਜਿਹੜਾ ਏਰੀਆ 67 ਸੀਟਾਂ ਨੇ, ਉਹਦੇ ਵਿੱਚ 67 ਸੀਟਾਂ ਜੇ ਇਕੱਲੇ ਮਾਲਵੇ ਦੀਆਂ ਲਗਾਈਆਂ ਤੇ ਬਾਕੀ ਦੁਆਬਾ ਤੇ ਜਿਹੜਾ ਮਾਝਾ ਹੈਗਾ ਉਹਦੀਆਂ ਮਿਲਾ ਕੇ ਵੀ ਇੰਨੀਆਂ ਨਹੀਂ ਬਣਦੀਆਂ। ਔਰ ਇਹੀ ਖਿੱਤਾ ਇਦਾਂ ਦਾ ਜਿਹੜੀਆਂ ਮੂਵਮੈਂਟਾਂ ਚਲਾਉਂਦਾ ਹੈ। ਅਸੀਂ ਪਹਿਲਾਂ ਵੀ ਕਈ ਪ੍ਰੋਗਰਾਮਾਂ 'ਚ ਕਰ ਚੁੱਕੇ ਹਾਂ ਵੀ ਮੂਵਮੈਂਟਾਂ ਚੱਲਦੀਆਂ ਇੱਥੋਂ ਨੇ। ਅੱਜ ਕੱਲ੍ਹ ਡਰੱਗਸ ਦੀ ਮੂਵਮੈਂਟ ਮਾਨਸਾ ਤੋਂ ਚੱਲ ਰਹੀ ਹੈ। ਸੋ ਇਹੀ ਲੋਕ ਉਹ ਸੀ ਜਿਨ੍ਹਾਂ ਨੇ ਪਿਛਲੀ ਵਾਰੀ ਵੀ ਆਮ ਆਦਮੀ ਪਾਰਟੀ ਨੂੰ ਕਾਫੀ ਸੀਟਾਂ ਦਿੱਤੀਆਂ ਸੀਗੀਆਂ ਔਰ ਇਸ ਵਾਰ ਤਾਂ ਬਹੁਤ ਹੀ ਜ਼ਿਆਦਾ ਦਿੱਤੀਆਂ ਨੇ। ਯਾਨੀ ਕਿ ਇਹ ਲੋਕ ਤਖਤ ਪਲਟ ਦਿੰਦੇ ਆ। ਪਰ ਹੁਣ ਜਦੋਂ ਉਹੀ ਲੋਕਾਂ ਦੇ ਖਿੱਤਿਆਂ ਦੇ ਵਿੱਚ 100 ਬੰਦਾ ਵੀ ਨਹੀਂ ਇਕੱਠਾ ਹੋ ਰਿਹਾ, ਤਾਂ ਇਹਦਾ ਮਤਲਬ ਹੈ ਕਿ ਲੋਕਾਂ ਦਾ ਨਿਰਾਸ਼ਾ ਦਾ ਜਿਹੜਾ ਲੈਵਲ ਹੈ ਉਹ ਬਹੁਤ ਉੱਪਰ ਤੱਕ ਚਲਾ ਗਿਆ। ਹੁਣ ਗੱਲ ਕਰੀਏ ਕੱਲ ਦੀ ਮੀਟਿੰਗ ਦੀ ਜਿਹੜੀ ਗਵਰਨਰ ਸਾਹਿਬ ਨਾਲ ਹੋਈ ਹੈ। ਪੂਰਾ ਇਲਾਕਾ ਅੱਜ ਵੀ ਸੰਗਰੂਰ ਖਨੌਰੀ ਤੋਂ ਤੁਸੀਂ ਹੋ ਜਾਓ ਤੇ ਫਿਰੋਜ਼ਪੁਰ ਵਾਲਾ ਸਾਰਾ ਜਿਹੜਾ ਇਲਾਕਾ ਹੈ ਮਾਲਵੇ ਦਾ, ਇਹ ਸਾਰੇ ਦਾ ਸਾਰਾ ਹੜ੍ਹਾਂ ਨਾਲ ਮਤਲਬ ਬੁਰੀ ਤਰ੍ਹਾਂ ਬਰਬਾਦ ਹੋਇਆ ਪਿਆ। 6 ਲੱਖ ਦੇ ਕਰੀਬ ਜਿਹੜੀ ਏਕੜ ਫਸਲ ਤਬਾਹ ਹੋ ਚੁੱਕੀ ਹੈ। ਲੋਕਾਂ ਨੂੰ 2-2 ਵਾਰੀ ਪੈਡੀ ਦੀ ਸੋਇੰਗ ਕਰਨੀ ਪਈ ਹੈ। ਸੋ ਅਜੇ ਤੱਕ ਉਹ ਕੰਟਰੋਲ ਨਹੀਂ ਹੋ ਰਿਹਾ, ਹਜੇ ਵੀ ਅੱਜ ਵੀ। ਪਰ ਉੱਥੇ 1 ਮਹੀਨੇ ਤੋਂ ਉੱਪਰ ਹੋ ਚੁੱਕਿਆ, ਅਜੇ 1.25 ਮਹੀਨਾ ਲਗਭਗ ਹੋ ਗਿਆ। 9, 10, 11 3 ਦਿਨ ਦੀ ਬਰਸਾਤ ਤੋਂ ਬਾਅਦ ਜਿਹੜੀ ਜੁਲਾਈ ਦੀ ਆ, ਅੱਜ ਅਸੀਂ 21 ਅਗਸਤ ਦੇ ਬੈਠੇ ਹਾਂ, ਲਗਭਗ 1.5 ਮਹੀਨਾ ਹੋਣ ਵਾਲਾ ਹੋ ਗਿਆ।
1.5 ਮਹੀਨੇ 'ਚ ਅਸੀਂ ਗਿਰਦਾਵਰੀਆਂ ਕਰਕੇ ਉਹਨਾਂ ਲੋਕਾਂ ਨੂੰ ਮੁਆਵਜ਼ਾ ਨਹੀਂ ਦੇ ਸਕੇ। 2 ਦਿਨ ਤੋਂ ਲਗਾਤਾਰ ਬੈਠਕਾਂ ਹੋ ਰਹੀਆਂ ਨੇ। ਕੱਲ ਪਰਸੋਂ ਸੀਐਮ ਸਾਹਿਬ ਨਾਲ ਹੋਈ, ਕੱਲ ਜਿਹੜੀ ਹੈ ਗਵਰਨਰ ਸਾਹਿਬ ਨਾਲ ਹੋਈ। ਉਹਨਾਂ ਲੋਕਾਂ ਦੀ ਡਿਮਾਂਡ ਹੀ ਸਿੰਪਲ ਇਹ ਹੈ ਕਿ ਸਾਨੂੰ ਜੋ ਜੋ ਕਿਹਾ ਗਿਆ ਉਹ ਪੂਰਾ ਕਰ ਦਿਓ। ਸਾਡੀ ਫਸਲ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ। ਹੁਣ ਜਿਨ੍ਹਾਂ ਲੋਕਾਂ ਨੇ 60 70 ਹਜ਼ਾਰ ਰੁਪਏ ਤੇ ਠੇਕੇ ਤੇ ਲੈ ਕੇ ਜ਼ਮੀਨਾਂ ਉਹ ਫਸਲਾਂ ਮਤਲਬ ਲਗਾਈਆਂ ਨੇ, ਉਹ ਸਾਰੀਆਂ ਬਰਬਾਦ ਹੋ ਗਈਆਂ, ਤਾਂ ਉਹਨਾਂ ਨੂੰ ਕੁਝ ਵੀ ਪੱਲੇ ਨਹੀਂ ਪੈਣਾ। ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਕਿ ਜਿਹੜੇ ਨਿਯਮ ਨੇ ਉਹ ਅਲਾਉ ਨਹੀਂ ਕਰਦੇ ਕਿ ਤੁਸੀਂ 15,000 ਰੁਪਇਆ ਵੀ ਦੇ ਸਕੋ, ਕਿਉਂਕਿ ਉਹ ਅਲਾਉ ਉਹ ਉਸ ਟਾਈਮ ਲਈ ਹੈ ਜਦੋਂ ਤੁਹਾਡੀ 100% ਫਸਲ ਜਿਹੜੀ ਹੈ ਉਹ ਬਰਬਾਦ ਹੋ ਜੇ। ਇੱਥੇ ਤਾਂ ਅਜੇ ਸੋਇੰਗ ਹੋਈ ਹੈ, ਫਸਲ ਤਾਂ ਅਜੇ ਆਈ ਹੋਈ ਨਹੀਂ, ਤਾਂ ਫਿਰ ਉਹਨੂੰ ਕਿਸ ਤਰ੍ਹਾਂ ਲਿੱਤਾ ਜਾਊਗਾ? ਇਹ ਬਹੁਤ ਵੱਡੀ ਦਿੱਕਤ ਹੈ। ਔਰ ਮੈਂ ਜਦੋਂ ਤੈਨੂੰ ਯਾਦ ਹੋਊਗਾ ਇਹਦੀ ਸੈਂਟਰਲ ਇੱਥੇ ਕਮੇਟੀ ਆਈ ਸੀਗੀ, ਮੈਂ ਉਹਨਾਂ ਦੇ ਜਿਹੜਾ ਚੇਅਰਮੈਨ ਹੈਗੇ ਉਹਨਾਂ ਨਾਲ ਗੱਲ ਵੀ ਕੀਤੀ ਸੀਗੀ ਇਹ ਵੀ ਇਹ ਜਿਹੜੇ ਤੁਸੀਂ ਇਹ ਦੋਗੇ ਕਿਵੇਂ ਮੁਆਵਜ਼ਾ? ਉਹ ਕਹਿੰਦਾ ਸੀਗਾ ਵੀ ਹਾਂ ਇਹ ਬਹੁਤ ਬੜੀ ਦਿੱਕਤ ਹੈ, ਅਸੀਂ ਜਾ ਕੇ ਦੇਖਿਆ, ਕਿਸਾਨਾਂ ਨੇ ਸਾਨੂੰ ਇਹੀ ਸਭ ਤੋਂ ਵੱਡੀ ਦਿੱਕਤ ਕਹੀ ਹੈ। ਔਰ ਕੱਲੀ ਇੱਥੇ ਨਹੀਂ, ਈਵਨ ਹਿਮਾਚਲ 'ਚ ਵੀ ਜਿਹੜੇ ਲੋਅਰ ਹਿਮਾਚਲ ਦਾ ਏਰੀਆ ਜਿੱਥੇ ਪੈਡੀ ਲੱਗਦੀ ਹੈ ਉੱਥੇ ਵੀ ਇਹ ਸਮੱਸਿਆ ਹੈ। ਤਾਂ ਉਹਨਾਂ ਲੋਕਾਂ ਨੂੰ ਤੁਸੀਂ ਹੁਣ ਕਿਵੇਂ ਦੇਵੋ? ਤੁਸੀਂ ਕਹੀ ਯਾਰ ਵੀ ਭੇਡਾਂ ਬੱਕਰੀਆਂ ਮਰ ਗਈਆਂ ਉਹਨਾਂ ਦੇ ਵੀ ਪੈਸੇ ਦੇਊਗੀ, ਜਦੋਂ ਸਾਡੇ ਉਹਦੇ ਵਿੱਚ ਠੀਕ ਹੈ ਉਹਨਾਂ ਨੂੰ ਥੋੜੇ ਬਹੁਤ ਮੁਆਵਜ਼ੇ ਮਿਲ ਜਾਣਗੇ। ਹੁਣ ਲੱਖ 1.5 ਲੱਖ ਰੁਪਏ ਤੋਂ ਕੋਈ ਮੱਝ ਘੱਟ ਨਹੀਂ ਆਂਦੀ, ਜਾਂ ਗਾਂ ਜਿਹੜੀਆਂ ਵੀ ਦੁਧਾਰੂ ਗਵਾਂ ਨੇ ਉਹ ਨਹੀਂ ਆਂਦੀਆਂ ਘੱਟ ਇਸ ਤੋਂ। ਤੇ ਉਹਦੇ 'ਚ ਜੇ ਤੁਸੀਂ ਉਹਨਾਂ ਨੂੰ 15 20 ਹਜ਼ਾਰ ਰੁਪਏ ਦਾ ਜਾਂ 30 ਹਜ਼ਾਰ ਰੁਪਏ ਦਾ ਮੁਆਵਜ਼ਾ ਦੋਗੇ ਤਾਂ ਉਹਨਾਂ ਦੀ ਜਿਹੜਾ ਘਾਟਾ ਹੈ ਉਹ ਕਿਸੇ ਵੀ ਤਰ੍ਹਾਂ ਪੂਰਾ ਨਹੀਂ ਹੋਣ ਵਾਲਾ। ਔਰ ਜਿਹੜਾ ਇਸ ਦੌਰਾਨ ਜਿਹੜਾ ਉਹਨਾਂ ਦੀ ਇਨਕਮ ਆਣੀ ਸੀ, ਉਹਨਾਂ ਦੁਧਾਰੂ ਪਸ਼ੂਆਂ ਤੋਂ ਜਿਹੜੀ ਉਹਨਾਂ ਦੀ ਇਨਕਮ ਆਣੀ ਸੀ ਉਹ ਵੀ ਗਈ, ਤੇ ਦੁਧਾਰੂ ਪਸ਼ੂ ਵੀ ਗਿਆ। ਨਵਾਂ ਪਸ਼ੂ ਪਤਾ ਨਹੀਂ ਮਿਲੇਗਾ ਕਿ ਨਹੀਂ ਮਿਲੇਗਾ, ਕਿੰਨੇ ਦਾ ਮਿਲੇਗਾ, ਇਹ ਅਗਲੀਆਂ ਸਮੱਸਿਆਵਾਂ ਨੇ ਜਿਸ ਤੇ ਹਜੇ ਕੁਝ ਨਹੀਂ ਹੋਇਆ। ਫਿਰ ਲੋਨ ਖੜੇ ਨੇ, ਜਿਹੜਾ ਆਪਾਂ ਕੱਲ ਵੀ ਗੱਲ ਕੀਤੀ ਸੀ, ਫਸਲੀ ਲੋਨ ਜਿਹੜਾ ਹੁਣ 22 ਹਜ਼ਾਰ ਰੁਪਇਆ ਜਾਂ 25 ਹਜ਼ਾਰ ਰੁਪਇਆ ਸਭ ਨੇ ਚੁੱਕਿਆ ਹੋਇਆ ਹੈ, ਉਹਦੀ ਰੀਪੇਮੈਂਟ ਕਿਵੇਂ ਹੋਏਗੀ? ਹਜੇ ਤੱਕ ਵੀ ਗਵਰਨਮੈਂਟ ਨੇ ਇਹ ਨਹੀਂ ਘੱਟੋ ਘੱਟ ਕਿਹਾ ਹੈਗਾ ਵੀ ਚਲੋ ਇਸ ਜਿਹੜਾ ਟਾਈਮ ਦਾ ਲੋਨ ਹੈ ਅਸੀਂ ਉਹ ਲੋਨ ਤੁਸੀਂ ਭਰ ਦਿਓ, ਅਸੀਂ ਜਿਹੜੇ ਜਿੰਨਾ ਵੀ ਵਿਆਜ ਲੱਗੇਗਾ ਉਹ ਸਾਰੇ ਦਾ ਸਾਰਾ ਗਵਰਨਮੈਂਟ ਭਰੇਗੀ ਜਾਂ ਅਸੀਂ ਮਾਫ ਕਰਾਂਗੇ। ਹਜੇ ਜਾਂ ਇਹ ਲੋਨ ਅਸੀਂ ਅੱਗੇ ਪਾ ਦਿੰਦੇ ਆ, ਤੁਸੀਂ ਅੱਗੇ ਬਾਅਦ ਚ ਦੇ ਦਿਓ, ਹਜੇ ਤੁਹਾਨੂੰ ਦੇਣ ਦੀ ਲੋੜ ਨਹੀਂ। ਸੋ ਇਸ ਕਿਸਮ ਦੇ ਬਹੁਤ ਸਾਰੇ ਸਵਾਲ ਨੇ ਜਿਹੜੇ ਕਿਸਾਨਾਂ ਨੇ ਉਠਾਏ ਹੋਏ ਨੇ, ਜਿਹੜੇ ਕਿਸਾਨਾਂ ਦੀਆਂ ਮੰਗਾਂ ਨੇ, ਜਿਸ ਦੇ ਉੱਤੇ ਹਜੇ ਤੱਕ ਕੋਈ ਉੱਤਰ ਨਹੀਂ ਮਿਲ ਰਿਹਾ ਉਹਨਾਂ ਨੂੰ। ਉਹ ਚਾਹੇ ਕਦੀ ਸੀਐਮ ਨਾਲ ਮੀਟਿੰਗਾਂ ਕਰ ਰਹੇ ਨੇ, ਚਾਹੇ ਗਵਰਨਰ ਨਾਲ ਮੀਟਿੰਗਾਂ ਕਰ ਰਹੇ ਨੇ। ਹੁਣ ਕੱਲ 22 ਤਰੀਕ ਨੂੰ ਉਹਨਾਂ ਨੇ ਟਰੈਕਟਰ ਮਾਰਚ ਕੱਢਣਾ ਚੰਡੀਗੜ੍ਹ ਵੱਲ, ਉਹਦੇ ਉੱਤੇ ਇੱਕ ਲੈ ਕੇ ਗਵਰਨਰ ਸਾਹਿਬ ਨਾਲ ਗੱਲ ਹੋਈ ਹੈ, ਉਹ ਹਜੇ ਤੱਕ ਅੜੇ ਹੋਏ ਨੇ। ਉਹ ਕਹਿ ਰਹੇ ਵੀ ਅਸੀਂ ਚੰਡੀਗੜ੍ਹ ਦਾ ਜਿਹੜਾ ਪਰੇਡ ਗਰਾਊਂਡ ਹੈ ਅਸੀਂ ਉਸ ਤੇ ਆ ਕੇ ਰੈਲੀ ਕਰਨਾ ਚਾਹੁੰਦੇ ਹਾਂ। ਇਸ ਤੇ ਗੱਲ ਅੜੀ ਹੋਈ ਹੈ। ਗਵਰਨਰ ਸਾਹਿਬ ਨੂੰ ਕਹਿ ਰਿਹਾ ਕਿ ਨਹੀਂ ਤੁਸੀਂ 25 ਸੈਕਟਰ ਵਾਲੀ ਚ ਕਰ ਲਓ, ਉੱਥੇ ਕੰਸੀਡਰ ਕਰ ਲੈਂਦੇ ਆ। ਹੁਣ 25 ਸੈਕਟਰ ਦੇ ਵਿੱਚ ਕੀ ਮੁਰਦਿਆਂ ਨੂੰ ਸੁਣਾਣਾ? 25 ਸੈਕਟਰ ਦੇ ਵਿੱਚ ਚੰਡੀਗੜ੍ਹ ਦਾ ਸਭ ਤੋਂ ਵੱਡਾ ਜਿਹੜਾ ਸ਼ਮਸ਼ਾਨ ਘਾਟ ਹੈ ਉੱਥੇ ਨਾਲ ਹੀ ਰੈਲੀ ਗਰਾਊਂਡ ਮਿਲਿਆ ਹੋਇਆ। ਜਿਹੜੇ ਲੋਕ ਇੰਨੀ ਦੂਰੋਂ ਚੱਲ ਕੇ ਇੱਥੇ ਰੈਲੀ ਕਰਨ ਆ ਰਹੇ ਨੇ ਉਹਨਾਂ ਦਾ ਮਕਸਦ ਕੋਈ ਆਪਸ ਚ ਗੱਲਾਂ ਕਰਨ ਦਾ ਨਹੀਂ ਹੈ, ਉਹਨਾਂ ਦਾ ਮਕਸਦ ਸਰਕਾਰ ਦਰਬਾਰੇ ਆਪਣੀ ਗੱਲ ਪਹੁੰਚਾਉਣ ਦਾ ਹੈ। ਤੇ ਤੁਸੀਂ ਉਹਨਾਂ ਨੂੰ ਰੈਲੀ ਲਈ ਜਗ੍ਹਾ ਅਗਰ ਉਥੇ ਦੇ ਰਹੇ ਹੋ, ਰੈਲੀ ਗਰਾਊਂਡ ਜਿਹੜਾ 25 ਸੈਕਟਰ ਦੇ ਵਿੱਚ ਹੈ, ਉੱਥੇ ਤਾਂ ਮੁਰਦਿਆਂ ਨੂੰ ਥੋੜਾ ਸੁਣਾਣੀ ਉਹਨਾਂ ਨੇ ਗੱਲ। ਉੱਥੇ ਤਾਂ ਉਹ ਤਾਂ ਰੋਡ ਵੀ ਇੰਨੀ ਨਹੀਂ ਚੱਲਦੀ ਕਿ ਉੱਥੋਂ ਕੋਈ ਮੰਤਰੀ ਜਾਂ ਜਿਹੜੇ ਆਫੀਸਰ ਨੇ ਉਹ ਉਧਰੋਂ ਦਾ ਉਹਨਾਂ ਦਾ ਲਾਂਘਾ ਹੋਵੇ, ਉਹ ਤਾਂ ਕੋਈ ਇਸ ਤਰ੍ਹਾਂ ਦਾ ਹੈ ਹੀ ਨਹੀਂ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਮੈਨੂੰ ਲੱਗਦਾ ਕਿ ਬੈਠ ਕੇ ਮਸਲੇ ਹੱਲ ਕਰਨ ਵਾਲੀਆਂ ਚੀਜ਼ਾਂ ਨੇ। ਇਹ ਨਹੀਂ ਕਿ ਤੁਸੀਂ ਲੋਕਾਂ ਦਾ, ਹਜੇ ਵੀ ਸਰਕਾਰਾਂ ਜਾਂ ਮੰਤਰੀ ਜਾਂ ਮੁੱਖ ਮੰਤਰੀ ਇਹ ਹਜੇ ਵੀ ਕਹਿਣ ਤੋਂ ਨਹੀਂ ਹਟਦੇ ਵੀ ਅਸੀਂ ਹਰ ਚੀਜ਼ਾਂ ਦੇਵਾਂਗੇ। ਸੋ ਜਦੋਂ ਤੁਸੀਂ ਉਹਨਾਂ ਦਾ ਅਪੇਖਾਵਾਂ ਦਾ ਲੈਵਲ ਵਧਾਉਂਦੇ ਹੋ ਤਾਂ ਮੈਨੂੰ ਲੱਗਦਾ ਕਿ ਜਦੋਂ ਪੂਰੀਆਂ ਨਹੀਂ ਹੁੰਦੀਆਂ ਤਾਂ ਲੋਕਾਂ ਦੇ ਵਿੱਚ ਨਿਰਾਸ਼ਾ ਵੱਧਦੀ ਹੀ। ਮਟਕਾ ਚੌਂਕ ਤੋਂ 25 ਵਾਲਾ ਏਰੀਆ ਦਿੱਤਾ ਜਾਂਦਾ ਹੈ ਔਰ ਉੱਥੇ ਕਾਫੀ ਖੁੱਲਾ ਮੈਦਾਨ ਹੈ ਤੇ ਨਾਲ ਸ਼ਮਸ਼ਾਨ ਘਾਟ ਹੈ। ਮਾਮਲਾ ਗੱਲ ਇੰਦਰਪ੍ਰੀਤ ਜੀ ਇਸ ਦਾ ਨਹੀਂਗਾ ਕਿ ਟਰੈਕਟਰ ਮਾਰਚ ਉੱਥੇ ਰੁਕ ਜਾਊਗਾ। ਪਹਿਲਾਂ ਤਾਂ ਚੰਡੀਗੜ੍ਹ ਔਰ ਪੰਜਾਬ ਦੀ ਪੁਲਿਸ ਮੁਹਾਲੀ ਚੰਡੀਗੜ੍ਹ ਬੈਰੀਅਰ ਤੇ ਰੋਕ ਲੈਂਦੀ ਹੈ ਤੇ ਫੋਰਸ ਬੜੀ ਭਾਰੀ ਹੁੰਦੀ ਹੈ। ਜੇ ਕਿਤੇ ਗਵਰਨਰ ਸਾਹਿਬ ਨੇ ਆਗਿਆ ਦਿੱਤੀ 25 ਸੈਕਟਰ ਤੇ ਰੁਕਣਾ ਕਿਸੇ ਨੇ ਨਹੀਂ, ਪਰ ਟਰੈਕਟਰ ਹੋਣਗੇ ਤੇ ਤੁਹਾਨੂੰ ਪਤਾ ਹੈ ਕਿ ਸਾਡੀ ਸਟੇਟ ਮਸ਼ੀਨਰੀ ਕੋਈ ਵੀ ਹੋਵੇ ਉਹ ਹੁਣ ਗੋਲੀ ਚਲਾਉਣ ਦੇ ਸਮਰੱਥ ਨਹੀਂ ਰਹੀ। ਕਿਸਾਨਾਂ ਦਾ ਅੰਦੋਲਨ ਦਿੱਲੀ ਦੇ ਵਿੱਚ ਵੀ ਜਿਹੜਾ ਉਹ ਕੁਚਲਿਆ ਨਹੀਂ ਗਿਆ, ਯਤਨ ਜ਼ਰੂਰ ਹੋਏ। ਸੋ ਮੈਨੂੰ ਲੱਗਦਾ ਹੈ ਕਿ ਪੂਰਾ ਭੜਥੂ ਪੈਣ ਵਾਲਾ। ਜੇ ਕਿਤੇ ਚੰਡੀਗੜ੍ਹ 'ਚ ਐਂਟਰੀ ਮਿਲ ਜਾਂਦੀ ਹੈ, ਗਵਰਨਰ ਸਾਹਿਬ 25 ਸੈਕਟਰ ਵਾਲੀ ਗਰਾਊਂਡ ਤੱਕ ਵੀ ਜਾਣ ਦੀ ਆਗਿਆ ਦੇ ਦਿੰਦੇ ਆ, 17 ਸੈਕਟਰ ਵਾਲੀ ਪਰੇਡ ਗਰਾਊਂਡ ਦੀ ਬਜਾਏ ਮਟਕਾ ਚੌਂਕ ਵੱਲ ਜਾਣ ਦੀ, ਫਿਰ ਅਗਲਿਆਂ ਨੇ ਚੰਡੀਗੜ੍ਹ ਦੇ ਵਿੱਚ ਜੋ ਭੜਥੂ ਪਾਉਣਾ ਹੈ ਉਹ ਸੰਭਵ ਹੋ ਸਕਦਾ ਹੈ ਵੀ ਫਿਰ ਪੁਲਿਸ ਸ਼ਾਇਦ
ਮੁਸ਼ਕਲ ਚ ਆ ਜੇ। ਮੁੱਖ ਮੰਤਰੀ ਲਈ ਇਹ ਅਲਾਰਮਿੰਗ ਸਥਿਤੀ ਹੈ। ਵੈਸੇ ਭਾਸਕਰ ਸਾਹਿਬ ਦਿੱਕਤ ਪਤਾ ਕੀ ਆ, ਸਾਡੇ ਪੋਲੀਟੀਸ਼ੀਅਨ ਏਦਾਂ ਲੋਕ ਲਹਿਰਾਂ ਚ ਆਉਂਦੇ, ਜਨਤਕ ਖੇਤਰ ਚ ਆਉਂਦੇ, ਜਿਨ੍ਹਾਂ ਕੋਲ ਅਨੁਭਵ ਘੱਟ ਹੁੰਦਾ, ਉਹ ਸਰਕਾਰ ਚ ਆ ਕੇ ਵੀ ਵਿਰੋਧੀ ਧਿਰਾਂ ਵਰਗੇ ਭਾਸ਼ਣ ਕਰਦੇ ਆ। ਸਾਡੇ ਮੁੱਖ ਮੰਤਰੀ ਜਦੋਂ ਮੰਨ ਲਓ ਬਤੌਰ ਮੁੱਖ ਮੰਤਰੀ ਕਿਤੇ ਭਾਸ਼ਣ ਦੇਣ ਜਾ ਰਹੇ ਹੋਣ, ਉਹਨਾਂ ਦੀ ਜਿਹੜੀ ਟੀਮ ਹੈ IAS ਅਫਸਰਾਂ ਦੀ, ਕੀ ਉਹਨਾਂ ਨੂੰ ਇਕਵਿਪਡ ਕਰਕੇ ਭੇਜਦੀ ਪੂਰੀ ਤਰ੍ਹਾਂ, ਕਿ ਉਹਨਾਂ ਨੂੰ ਪੂਰੀ ਜਾਣਕਾਰੀ ਦੇ ਕੇ ਭੇਜਦੀ ਆ ਕਿ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਕੀ ਕਹਿੰਦੀ ਹੈ, ਉਹਦੇ ਰੂਲ ਐਂਡ ਰੈਗੂਲੇਸ਼ਨ ਕੀ ਕਹਿੰਦੇ ਆ, ਕਿੰਨੇ ਪੈਸੇ ਮਰੇ ਨੂੰ ਦੇ ਸਕਦੇ ਹੋ, ਢੱਠੇ ਮਕਾਨ ਨੂੰ ਦੇ ਸਕਦੇ ਹੋ, ਬੱਕਰੀ ਨੂੰ ਦੇ ਸਕਦੇ ਹੋ, ਮੁਰਗੀ ਨੂੰ ਦੇ ਸਕਦੇ ਹੋ। ਚੰਗਾ ਹੁੰਦਾ ਜਿਹੜਾ 2-4 ਦਿਨ ਬਾਅਦ ਚ ਉਹਨਾਂ ਨੇ ਕਿਹਾ ਵੀ ਅਸੀਂ ਚਿੱਠੀ ਲਿਖ ਰਹੇ ਹਾਂ, ਨਿਯਮ ਬਦਲਣ ਲਈ ਕਹਿ ਰਹੇ ਹਾਂ, ਪਹਿਲੇ ਦਿਨ ਹੀ ਜੇ ਉਹ ਸਾਰੀਆਂ ਚੀਜ਼ਾਂ ਉਹਨਾਂ ਦੇ ਹੱਥ 'ਚ ਹੁੰਦੀਆਂ ਤਾਂ ਸ਼ਾਇਦ ਉਹ ਸੰਜਮ ਨਾਲ ਬੋਲਦੇ। ਡਾਕਟਰ ਮਨਮੋਹਨ ਸਿੰਘ ਬਾਰੇ ਕਿਹਾ ਜਾਂਦਾ ਸੀ ਕਿ ਉਹ ਪੜ੍ਹ ਕੇ ਬੋਲਦੇ ਆ। ਡਾਕਟਰ ਮਨਮੋਹਨ ਸਿੰਘ ਤੋਂ ਜ਼ਿਆਦਾ ਗਿਆਨੀ ਕੋਈ ਨਹੀਂ। ਉਹਨਾਂ ਨੂੰ ਸੈਮੀਨਾਰ 'ਚ ਬੋਲਦਿਆਂ ਸੁਣ ਲਓ ਕਿਤੇ ਤੁਸੀਂ, ਵੱਖਰਾ, ਜਿੱਥੇ ਕੋਈ ਪਾਬੰਦੀ ਨਹੀਂ, ਕਵਾੜ ਖੋਲ ਦਿੰਦੇ ਸੀ। ਪਰ ਬਤੌਰ ਪ੍ਰਧਾਨ ਮੰਤਰੀ, ਕਿਉਂਕਿ ਉਹ ਨੇਸ਼ਨ ਵੱਲੋਂ ਬੋਲਦੇ ਸੀ, ਉਹਨਾਂ ਦਾ ਇੱਕ ਲਫ਼ਜ਼ ਅਹਿਮ ਹੁੰਦਾ ਸੀਗਾ ਔਰ ਉਹ ਕਦੇ ਨਹੀਂ ਸੀ ਗਲਤੀ ਕਰਦੇ। ਮੁੱਖ ਮੰਤਰੀ ਹੌਲੀ ਹੌਲੀ ਮੈਨੂੰ ਲੱਗਦਾ ਇਹ ਗਲਤੀਆਂ ਛੱਡ ਦੇਣਗੇ। ਪਰ ਇਸ ਵੇਲੇ ਜੇਕਰ ਸੈਂਟਰ ਪੰਜਾਬ ਗਵਰਨਮੈਂਟ ਦੀਆਂ ਸਾਰੀਆਂ ਮੰਗਾਂ ਨਹੀਂ ਮੰਨਦੀ, ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਦੀ ਜ਼ੁਬਾਨ ਨੂੰ ਸਿਰੇ ਚਾੜਨ ਲਈ ਕਹਿੰਦੀਆਂ ਨੇ, ਮੁਕਾਬਲਾ ਚੰਡੀਗੜ੍ਹ 'ਚ ਆ ਕੇ ਹੋ ਜਾਂਦਾ, ਮੈਨੂੰ ਲੱਗਦਾ ਸਰਕਾਰ ਤੇ ਅੰਦੋਲਨਕਾਰੀਆਂ 'ਚ ਪੰਗਾ ਪੈ ਸਕਦਾ। 2024 ਔਖੀ ਹੋ ਸਕਦੀ ਆ, ਮੁੱਖ ਮੰਤਰੀ ਨੂੰ ਲੈਣੇ ਤੇ ਦੇਣੇ ਪੈ ਸਕਦੇ ਆ ਔਰ ਆਮ ਆਦਮੀ ਪਾਰਟੀ ਕਦੇ ਸੱਤਾ ਦੇ ਲਿਹਾਜ਼ ਨਾਲ ਮਾਲਵਾ ਨਹੀਂ ਜਿੱਤ ਸਕਦੀ। ਸੱਤਾ ਦੇ ਲਿਹਾਜ਼ ਨਾਲ ਉਹ ਮਾਲਵਾ ਹੂੰਜ ਕੇ ਨਹੀਂ ਲਿਆ ਸਕਦੀ। ਸਵਾਲ ਬਹੁਤ ਵੱਡਾ ਹੈ ਭਾਸਕਰ ਸਾਹਿਬ ਕਿ ਇੱਕ ਵਾਰੀ ਫਿਰ ਕੀ ਪੰਜਾਬ ਦੇ ਵਿੱਚ ਕੋਈ ਨਵੀਂ ਲਹਿਰ ਉੱਠਣ ਵਾਲੀ ਹੈ ਜਾਂ ਪੰਜਾਬ ਦੇ ਵਿੱਚ ਨਵੀਂ ਸਿਆਸੀ ਰਜੀਮ ਜਨਮ ਲੈਣ ਵਾਲੀ ਹੈ? ਇਹ ਨਵੀਂ ਲਹਿਰ ਤੋਂ ਆਉਣ ਤੋਂ ਪਹਿਲੇ ਤੁਸੀਂ 2 ਵਾਰ ਸ਼ਬਦਾਂ ਦਾ ਯੂਜ਼ ਕੀਤਾ ਵੀ ਭੜਥੂ ਭੜਥੂ। ਉਹ ਵਾਕਈ ਭੜਥੂ ਪੈ ਗਏ ਨੇ। ਜਿਹੜੀ ਉਹ ਅਮਨ ਅਰੋੜਾ ਵਾਲੀ 100 ਕੁਰਸੀਆਂ ਵਾਲੀ ਗੱਲ ਹੈ ਨਾ, ਭਾਵੇਂ ਗੱਲ ਛੋਟੀ ਜੀ ਲੱਗਦੀ ਹੈ ਇਸ ਕਰਕੇ ਕਿ ਜਦ ਸਾਡੇ ਮੁੱਖ ਮੰਤਰੀ ਤੇ ਸੁਪਰੀਮੋ ਕੇਜਰੀਵਾਲ ਮੱਧ ਪ੍ਰਦੇਸ਼ ਦੇ ਵਿੱਚ, ਉਸ ਤੋਂ ਪਹਿਲੇ ਰਾਏਪੁਰ ਛੱਤੀਸਗੜ੍ਹ ਦੇ ਵਿੱਚ ਭਾਸ਼ਣ ਦਿੰਦੇ ਨੇ ਤੇ ਉੱਥੇ ਵੱਡੇ ਪੱਧਰ ਦੇ ਹੋਏ ਇਕੱਠ ਦੀ ਗੱਲ ਆਉਂਦੀ ਹੈ। ਹੁਣ ਪੰਜਾਬ ਇਹਨਾਂ ਸਾਰੀ ਗੱਲਾਂ ਨੂੰ ਕਿੱਦਾਂ ਵੇਖ ਰਿਹਾ? ਜੇ ਸੰਤ ਲੌਂਗੋਵਾਲ ਉਹਨਾਂ ਦੀ ਬਰਸੀ ਦੇ ਉੱਤੇ ਲੋਕਾਂ ਦਾ ਜਾਂ ਆਪ ਦੇ ਵਰਕਰਾਂ ਦਾ ਜਾਂ ਨਾ ਪਹੁੰਚਣਾ, ਉਹਦੇ 2 ਕਾਰਨ ਨੇ। ਕਾਰਨ ਕਿ ਜਿਹੜੇ ਇਹ ਚੇਅਰਮੈਨ ਬਣਾਏ ਸੀ ਨਾ ਪਿੱਛੇ, ਉਹਨਾਂ ਸਾਰਿਆਂ ਦੀ ਡਿਊਟੀ ਉਹ ਚੇਅਰਮੈਨ ਦੇ ਬਣਾਏ ਸੀ ਵੀ ਕੁਰਸੀ ਤੇ ਬੈਠਣ ਵਾਸਤੇ, ਉਹਨਾਂ ਸਾਰਿਆਂ ਨੂੰ ਮੱਧ ਪ੍ਰਦੇਸ਼ ਛੱਤੀਸਗੜ੍ਹ ਭੇਜਿਆ ਹੋਇਆ ਹੈ ਔਰ ਉਹੀ ਭੀੜ ਇਕੱਠੀ ਕਰਨ ਦਾ ਕੰਮ ਕਰਦੇ ਨੇ। ਔਰ ਉਸ ਤੋਂ ਇਲਾਵਾ ਜਦ ਮੁੱਖ ਮੰਤਰੀ ਸਾਡੇ ਛੱਤੀਸਗੜ੍ਹ ਦੇ ਵਿੱਚ ਭਾਸ਼ਣ ਦਿੰਦੇ ਨੇ ਜਾਂ ਸੁਪਰੀਮੋ ਦਿੰਦੇ ਨੇ ਜਾਂ ਫਿਰ ਮੱਧ ਪ੍ਰਦੇਸ਼ ਦਿੰਦੇ ਨੇ, ਸਾਡੇ ਪੰਜਾਬੀਆਂ ਵਾਸਤੇ ਏਦਾਂ ਲੱਗਦਾ ਵੀ ਇੱਕ ਫਿਲਮ ਨੂੰ ਤੁਸੀਂ 5ਵੀਂ ਵਾਰ 6ਵੀਂ ਵਾਰ ਵੇਖ ਰਹੇ ਹੋ, ਕਿਉਂਕਿ ਇਹ ਫਿਲਮ ਪੰਜਾਬੀ ਬਹੁਤ ਵਾਰ ਦੇਖ ਚੁੱਕੇ ਨੇ। ਸੇਮ ਗੱਲਾਂ ਹੁੰਦੀਆਂ, ਉਹਦੇ ਵਿੱਚ ਰੁਪਈਏ ਮਹਿਲਾਵਾਂ ਵਾਸਤੇ 1000 ਤੋਂ 3000 ਕੀਤੇ ਨੇ, ਬਾਕੀ ਸਾਰੀ ਗੱਲਾਂ ਉਹਦੇ ਵਿੱਚ ਕੁਝ ਝੂਠੀਆਂ ਕੁਝ ਸੱਚੀਆਂ, ਸਾਰੀ ਗੱਲਾਂ ਨੂੰ ਅੱਗੇ ਤੋੜਦੇ ਨੇ। ਔਰ ਹੁਣ ਗੱਲ ਕਰੀਏ ਗਵਰਨਰ ਸਾਹਿਬ ਦਾ ਇਜਾਜ਼ਤ ਦੇਣਾ, ਹਾਲਾਂਕਿ ਹਜੇ ਤੱਕ ਇਜਾਜ਼ਤ ਕਿਸਾਨਾਂ ਨੂੰ ਨਹੀਂ ਦਿੱਤੀ ਹੈ ਕਿਸੇ ਵੀ ਤਰੀਕੇ ਦਾ ਐਜੀਟੇਸ਼ਨ ਚੰਡੀਗੜ੍ਹ ਦੇ ਵਿੱਚ ਕਰਨ ਨਾਲ। ਪਰ ਅਗਰ ਇਹ ਇਜਾਜ਼ਤ ਦਿੱਤੀ ਗਈ ਤੇ ਇਹਨੂੰ ਰਾਜਨੀਤਿਕ ਤਰੀਕੇ ਨਾਲ ਵੀ ਦੇਖਿਆ ਜਾ ਸਕਦਾ ਹੈ। ਔਰ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਦੇ ਵਿੱਚ ਜਿਹੜੀ ਸ਼ਬਦਾਂ ਦੀ ਜੰਗ ਚੱਲ ਰਹੀ ਸੀ, ਉਹ ਸ਼ਬਦਾਂ ਦੀ ਜੰਗ ਰਾਜਨੀਤਿਕ ਤਰੀਕੇ ਨਾਲ ਕਿੱਦਾਂ ਅੱਗੇ ਵਧਾਉਣਾ ਹੈ, ਉਹਦੀ ਵੀ ਕਵਾਇਦ ਦੇ ਤੌਰ ਤੇ ਦੇਖਿਆ ਜਾ ਸਕਦਾ। ਹਾਂ, ਤੁਸੀਂ ਠੀਕ ਕਿਹਾ ਕਿ ਜਿਹੜਾ ਇਕੱਠ ਹੈ 100 ਬੰਦੇ ਵਾਲਾ ਨਾ ਹੋਣਾ ਉਹਦੇ ਕਾਰਨ ਹੋ ਸਕਦੇ, ਪਰ ਮੈਨੂੰ ਲੱਗਦਾ ਕਿ ਕਿਸੇ ਵੀ ਪਾਰਟੀ ਦਾ ਸੰਗਠਨ ਹੋਣਾ ਬੜਾ ਜ਼ਰੂਰੀ ਹੈ। ਔਰ ਸੰਗਠਨ ਮਹਾ ਸਚਿਵ ਇਹਨਾਂ ਦੇ ਜਿਹੜੇ ਸੰਦੀਪ ਪਾਠਕ ਨੇ, ਡਾਕਟਰ ਸੰਦੀਪ ਪਾਠਕ, ਉਹ ਲੱਗੇ ਤਾਂ ਹੋਏ ਨੇ, ਪਰ ਉਹਨਾਂ ਨੂੰ ਸ਼ਾਇਦ ਹੁਣ ਬਹੁਤ ਸਾਰੇ ਹੋਰ ਸੂਬਿਆਂ 'ਚ ਵੀ ਤੋਰਤਾ ਗਿਆ। ਆਮ ਆਦਮੀ ਪਾਰਟੀ ਜਦੋਂ ਵੀ ਬਹੁਤ ਮੁਸ਼ਕਲ 'ਚ ਆਊਗੀ ਤਾਂ ਉਹ ਆਪਣੇ ਸੰਗਠਨਾਤਮਕ ਢਾਂਚੇ ਦੇ ਨਜ਼ਰੀਏ ਤੋਂ ਆਊਗੀ ਕਿ ਉਹਨਾਂ ਕੋਲ ਥੱਲੇ ਦੇ ਪੱਧਰ ਤੱਕ ਅਜੇ ਉਹ ਸੈਟਅਪ ਨਹੀਂ ਬਣਿਆ, ਜਿਹੜਾ ਸੈਟਅਪ ਇੱਕ ਆਵਾਜ਼ ਦੇ ਉੱਤੇ ਕੋਈ 500-700 1000 2000 ਬੰਦਾ ਇਕੱਠਾ ਕਰਕੇ ਲੈ ਆਵੇ। 2 ਵਿਅਕਤੀ ਇਸ ਵੇਲੇ ਹਰਚੰਦ ਸਿੰਘ ਬਸਟ ਔਰ ਜਗਰੂਪ ਸਿੰਘ ਸੇਖਵਾਂ ਜਨਰਲ ਸੈਕਟਰੀ ਨੇ, ਇਹਨਾਂ ਦੋਨਾਂ ਨੂੰ ਅਜੇ ਤੱਕ ਇਹਨਾਂ ਨੇ ਕੰਮ ਵੰਡ ਕੇ ਨਹੀਂ ਦਿੱਤਾ ਵੀ ਕਿਹੜੇ ਜ਼ਿਲ੍ਹੇ ਵੇਖਣੇ ਆ, ਕਿੰਨੇ ਸੰਗਠਨ ਬਣਾਉਣੇ ਆ। ਮੁੱਖ ਮੰਤਰੀ ਕੋਲ ਸਮਾਂ ਹੈ ਨਹੀਂ, ਬੋਧਰਾਮ ਕਾਰਜਕਾਰੀ ਨੇ, ਕੀ ਉਹ ਮੁੱਖ ਮੰਤਰੀ ਦੀ ਸਹਿਮਤੀ ਜਾਂ MLA ਦੀ ਸਹਿਮਤੀ ਨਾਲ ਬਣਾਉਣਗੇ ਜਿੱਦਾਂ ਰਵਾਇਤੀ ਪਾਰਟੀਆਂ ਕਰਦੀਆਂ, ਦੇ ਦਿਓ ਲਿਸਟਾਂ ਬਣਾ ਦਿਆਂਗੇ, ਜਾਂ ਵਰਕਰ ਵਲੰਟੀਅਰ ਇਹਨਾਂ ਦੇ ਜਿਹੜੇ ਆ ਸੰਗਠਨ ਨੂੰ ਅੱਗੇ ਵਧਾਉਣਗੇ? ਇਹ ਮੁੱਖ ਮੰਤਰੀ ਨੇ ਵੀ ਦੇਖਣਾ ਤੇ ਉਹਨਾਂ ਨੇ ਜਿਹੜੀ ਨਵੀਂ ਟੀਮ ਬਣਾਈ ਆ ਉਹਦੇ ਬੰਦਿਆਂ ਨੇ ਵੀ ਦੇਖਣਾ ਕਿ ਇਹਨਾਂ ਨੇ ਸੰਗਠਨ ਕਿਵੇਂ ਬਣਾਉਣਾ, ਜਿਹੜੇ ਲੋੜ ਪੈਣ ਤੇ ਕੋਈ 10-20-100 ਬੰਦਾ ਇਕੱਠਾ ਕਰਕੇ ਲਿਆ ਸਕਣ। ਸੋ ਮੈਂ ਭਾਸਕਰ ਸਾਹਿਬ ਤੁਹਾਡੇ ਕੋਲ ਹੀ ਅਗਲੀ ਖਬਰ ਲੈਣੀ ਹੈ। ਮੈਨੂੰ 2-3 ਖਬਰਾਂ ਜੇ ਤੁਸੀਂ ਇਕੱਠੀਆਂ ਕਰ ਦਿਓ ਤਾਂ ਮਿਹਰਬਾਨੀ ਹੋਊਗੀ। ਇੱਕ ਤਾਂ ਜਿਹੜਾ ਨਰੋਟ ਜੈਮਲ ਸਿੰਘ ਦੇ ਵਿੱਚ ਮਾਲ ਅਫਸਰਾਂ ਦੀ ਮਿਲੀ ਭਗਤ ਵਾਲੀ ਖਬਰ ਹੈ ਔਰ ਉਹ ਬੜੀ ਪ੍ਰਮੁਖਤਾ ਨਾਲ ਛਾਪੀ ਹੈ ਟ੍ਰਿਬਿਊਨ ਨੇ,
ਜੇ ਮੈਂ ਗਲਤ ਨਹੀਂ ਤਾਂ ਵਿਸ਼ਵ ਭਾਰਤੀ ਰਿਪੋਰਟ ਕਰ ਰਿਹਾ, ਪਹਿਲਾਂ ਵੀ ਉਹ ਕਰਦੇ ਸੀਗੇ। ਇਸੇ ਤਰੀਕੇ ਨਾਲ ਟ੍ਰਿਬਿਊਨ ਦੀ ਦੂਜੀ ਖਬਰ ਜਿਹੜੀ ਉਹ ਵੀ ਬੜੀ ਅਹਿਮ ਆ, ਰੁਚਿਕਾ ਦੀ ਖਬਰ ਹੈ, ਰੁਚਿਕਾ ਐਮ ਖੰਨਾ, ਜਿਨ੍ਹਾਂ ਨੇ ਬਿਜਲੀ ਬੋਰਡ ਨਾਲ ਸੰਬੰਧਿਤ ਕੁਝ ਅੰਕੜੇ ਦਿੱਤੇ ਨੇ। ਸੋ ਆਪਾਂ ਇੰਜ ਕਰਦੇ ਹਾਂ ਭਾਸਕਰ ਸਾਹਿਬ ਕਿ ਜਿਹੜੀ ਰੋਡ ਜੈਮਲ ਸਿੰਘ ਵਾਲੀ ਖਬਰ ਆ ਉਹਨੂੰ ਤੁਸੀਂ ਅੱਗੇ ਵਧਾ ਦਿਓ, ਤੇ ਇੰਦਰਪ੍ਰੀਤ ਕਿਉਂਕਿ ਸਰਾਂ ਸਾਹਿਬ ਦੇ ਵਾਹਵਾ ਨੇੜੇ ਨੇ ਔਰ ਬਿਜਲੀ ਦੇ ਅਧਿਕਾਰੀਆਂ ਨਾਲ ਵੀ ਕਾਫੀ ਨੇੜੇ ਨੇ, ਸੋ ਇਹਨਾਂ ਤੋਂ ਸਮਝਦੇ ਆ ਵੀ ਇਹ ਅੰਦਰੋਂ ਘੁੰਡੀਆਂ ਕੋਈ ਕੱਢੀਆਂ ਕਿ ਸਾਂਝਾਂ ਹੀ ਪਾਲੀਆਂ ਜੀ। ਨਰੋਟ ਜੈਮਲ ਸਿੰਘ, ਤੁਹਾਨੂੰ ਯਾਦ ਹੋਏਗਾ ਟ੍ਰਿਬਿਊਨ ਅਖਬਾਰ ਦੇ ਵਿੱਚ ਵਿਸ਼ਵ ਭਾਰਤੀ ਦੀ ਉਹ ਖਬਰ ਜਿਹਦੇ ਵਿੱਚ 92 ਏਕੜ ਦਾ ਜ਼ਿਕਰ ਸੀਗਾ, ਉਹ ਹੁਣ ਏਕੜ ਬਹੁਤ ਜ਼ਿਆਦਾ ਵੱਧ ਚੁੱਕੇ ਨੇ। ਔਰ ਅੱਜ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਰੈਵਨਿਊ ਤੇ ਪੰਚਾਇਤ ਦੇ ਅਫਸਰ ਜਿਹੜੇ ਹੈਗੇ, ਪੰਚਾਇਤ ਵਿਭਾਗ ਦੇ ਅਫਸਰ, ਉਹਨਾਂ ਦੀ ਰਲੇ ਮਿਲੇ ਹੋਣ ਕਰਕੇ ਵੀ ਇਹ ਮਾਈਨਿੰਗ ਦਾ ਜਿਹੜਾ ਇਲੀਗਲ ਮਾਈਨਿੰਗ ਦਾ ਜਿਹੜਾ ਕਾਰੋਬਾਰ ਹੈ ਉੱਥੇ ਵਧਿਆ ਕਾਰਨ ਕਿ ਪਿਛਲੇ ਦਿਨਾਂ ਪਿਛਲੇ ਮਹੀਨਿਆਂ ਦੇ ਵਿੱਚ ਪੰਚਾਇਤ ਵਿਭਾਗ ਨੇ ਰੈਵਨਿਊ ਆਫੀਸ਼ੀਅਲਸ ਨੂੰ ਲੈਂਡ ਡੀਮਾਰਕੇਸ਼ਨ ਵਾਸਤੇ ਕਿਹਾ ਸੀਗਾ, ਔਰ ਇੱਕ ਵਾਰ ਨਹੀਂ, ਇੱਕ ਤੋਂ ਵੱਧ ਵਾਰ। ਔਰ ਇੱਥੇ ਤੱਕ ਕਿ ਜਦ ਰੈਵਨਿਊ ਆਫੀਸ਼ੀਅਲਸ ਨੇ ਇਹਦਾ ਕੋਈ ਜਵਾਬ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਡੀਸੀ ਨੂੰ ਵੀ ਉੱਥੇ ਦੇ ਇੰਟਰਵੀਨ ਕਰਕੇ ਰੈਵਨਿਊ ਆਫੀਸ਼ੀਅਲਸ ਨੂੰ ਕਹਿਣਾ ਪਿਆ ਕਿ ਤੁਸੀਂ ਡੀਮਾਰਕੇਸ਼ਨ ਕਰੋ, ਔਰ ਉਸ ਤੋਂ ਬਾਵਜੂਦ ਨਹੀਂ ਹੋਇਆ। ਤੁਹਾਨੂੰ ਯਾਦ ਹੋਏਗਾ ਮਈ ਦੇ ਮਹੀਨੇ ਦੇ ਵਿੱਚ ਪਿਛਲੇ ਸਾਲ ਪੰਚਾਇਤੀ ਜ਼ਮੀਨਾਂ ਦੇ ਉੱਤੇ ਕਬਜ਼ੇ ਵਾਪਸ ਲੈਣ ਦੀ ਗੱਲ ਧਾਲੀਵਾਲ ਸਾਹਿਬ, ਕੁਲਦੀਪ ਸਿੰਘ ਧਾਲੀਵਾਲ ਸਾਹਿਬ, ਜਿਹੜੇ ਉਸ ਟਾਈਮ ਪੰਚਾਇਤ ਵਿਭਾਗ ਦੇ ਮੰਤਰੀ ਸੀਗੇ, ਉਹਨਾਂ ਨੇ ਕੀਤੀ ਸੀਗੀ। ਔਰ 1 ਜੂਨ ਯਾਨੀ ਅਕਤੂਬਰ ਦੇ ਮਹੀਨੇ ਦੇ ਵਿੱਚ 2022 ਦੇ ਵਿੱਚ ਇੱਕ ਡਿਸਟ੍ਰਿਕਟ ਸਰਵੇ ਰਿਪੋਰਟ ਬਣਦੀ ਹੈ। ਉਹਦੇ ਵਿੱਚ ਤਕਰੀਬਨ 90 ਦੇ ਕਰੀਬ ਇਦਾਂ ਦੇ ਨਾਂ, ਜਿਨ੍ਹਾਂ ਦੇ ਨਾਂ ਦੇ ਉੱਤੇ ਪੰਚਾਇਤ ਜ਼ਮੀਨਾਂ ਬੋਲਦੀ ਹੈ। ਔਰ ਉਹਨਾਂ ਦੇ ਵਿੱਚ ਡਿਸਟ੍ਰਿਕਟ ਸਰਵੇ ਰਿਪੋਰਟ ਹੁੰਦੀ ਕੀ ਹੈ? ਡਿਸਟ੍ਰਿਕਟ ਸਰਵੇ ਰਿਪੋਰਟ ਦੇ ਵਿੱਚ ਇਹ ਸਾਰੀ ਜ਼ਮੀਨਾਂ ਨੂੰ ਆਇਡੈਂਟੀਫਾਈ ਕੀਤਾ ਜਾਂਦਾ, ਭਾਵੇਂ ਉਹ ਸ਼ਾਮਲਾਟ ਜ਼ਮੀਨਾਂ ਰਹੀਆਂ ਹੋਣ, ਉਹਨੂੰ ਮਾਈਨਿੰਗ ਵਾਸਤੇ ਅਲਾਉ ਕੀਤਾ ਜਾਂਦਾ ਹੈ। ਔਰ ਉਹਦਾ ਜਿਹੜਾ ਕਬਜ਼ਾ ਹੈ ਜਾਂ ਜਿਹਦੇ ਨਾਂ ਤੇ ਉਹ ਜ਼ਮੀਨ ਹੈਗੀ ਹੈ, ਉਹਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਆਪਣੀ ਜ਼ਮੀਨ ਦੇ ਉੱਤੇ ਖੁਦ ਮਾਈਨਿੰਗ ਕਰਨਾ ਚਾਹੁੰਦਾ ਹੈ ਜਾਂ ਸਰਕਾਰ ਨੂੰ ਦੇਣਾ ਚਾਹੁੰਦਾ ਹੈ। ਉਸ ਲਿਸਟ ਤੋਂ ਹੀ ਇਸ ਮਿਲੀ ਭੁਗਤ ਦੀ ਗੱਲ ਜਿਹੜੀ ਅੱਜ ਨਿਕਲ ਕੇ ਆਈ ਹੈ, ਇਹ ਉਜਾਗਰ ਹੁੰਦੀ ਹੈ। ਉਸ ਟਾਈਮ ਹੀ ਅਗਰ ਲੈਂਡ ਡੀਮਾਰਕੇਸ਼ਨ ਹੋ ਜਾਂਦਾ, ਡਿਸਟ੍ਰਿਕਟ ਸਰਵੇ ਰਿਪੋਰਟ ਦੇ ਵਿੱਚ 2-3 ਵਿਅਕਤੀਆਂ ਦੇ ਨਾਂ ਤੇ ਹੀ 1000 ਏਕੜ ਤੋਂ ਜ਼ਿਆਦਾ ਲੈਂਡ ਹੋਣਾ, ਉਹ ਆਪਣੇ ਆਪ ਵਿੱਚ ਇੱਕ ਸ਼ੱਕ ਦੇ ਦਾਇਰੇ ਦੇ ਵਿੱਚ ਆਉਂਦੀ ਹੈ ਕਿ ਏਡੀਸੀ ਸਾਹਿਬ ਉਹ 27 ਫਰਵਰੀ ਨੂੰ ਜੋ ਕੁਝ ਕਰਕੇ ਗਏ ਸੀਗੇ, ਉਹ ਉਸ ਤੋਂ ਪਹਿਲੇ ਤੋਂ ਕਾਫੀ ਚੱਲ ਰਿਹਾ ਸੀਗਾ। ਉਹ ਤੇ ਇੱਕ ਐਪੀਸੋਡ, ਕਿਉਂਕਿ ਪ੍ਰਮੋਸ਼ਨ ਦੀ ਫਾਈਨਲ ਜਿਹੜਾ ਚੈਨਲ ਫਾਸਟ ਹੋਣਾ, ਔਰ ਉਸ ਤੋਂ ਬਾਅਦ 27 ਤਰੀਕ ਨੂੰ ਏਡੀਸੀ ਦਾ ਇਹ ਫੈਸਲਾ 92 ਏਕੜ ਦਾ, ਐਦਾਂ ਦੇ ਫੈਸਲੇ ਪਹਿਲੇ ਵੀ ਹੋਏ ਨੇ। ਮੁੱਖ ਸਕੱਤਰ ਨੇ ਪਿਛਲੇ ਦਿਨਾਂ 'ਚ ਲੈਟਰ ਲਿਖਿਆ ਕਿ ਲੈਂਡ ਆਇਡੈਂਟੀਫਾਈ ਕਰੋ, ਪੰਚਾਇਤੀ ਲੈਂਡ ਜਿਹੜੀ ਮਾਈਨਿੰਗ ਵਾਸਤੇ ਇੱਕ ਤਰੀਕੇ ਨਾਲ ਸੁਟੇਬਲ ਹੈਗੀ ਹੈ। ਇਹ ਅਗਰ ਲੈਟਰ ਪਹਿਲੇ ਲਿਖਿਆ ਹੁੰਦਾ, ਉਹ 1000 ਏਕੜ ਦੀ ਜਿਹੜੀ ਅਸੀਂ ਗੱਲ ਕਰਕੇ ਹਟੇ ਆ, ਉਹ ਵੀ ਤੇ ਮਾਈਨਿੰਗ ਲੈਂਡ ਸੀਗੀ ਔਰ ਪੰਚਾਇਤੀ ਜ਼ਮੀਨ ਸੀਗੀ, ਫਿਰ ਉਹ ਕਿਸੇ ਖਾਸ ਨਾਮਾਂ ਦੇ ਨਾਮ ਤੇ ਕਿਉਂ ਬੋਲਦੀ ਹੈ? ਸਾਰੀ ਗੱਲਾਂ ਨੂੰ ਹੁਣ ਅੱਗੇ ਵਧਾਉਣ ਦੀ ਲੋੜ ਹੈਗੀ ਹੈ। ਹੁਣ ਉਮੀਦ ਹੈ ਕਿ ਇਹ ਗੱਲਾਂ ਜਦ ਉਜਾਗਰ ਹੋਈ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ, ਪਰ ਪਿੱਛੇ ਕੀਤੀ ਹੋਈ ਗਲਤੀਆਂ ਉਹਦਾ ਜਵਾਬ ਕੌਣ ਦੇਗਾ, ਉਹਦੀ ਵੀ ਇੱਕ ਰਿਸਪੌਂਸਿਬਿਲਟੀ ਤੈਅ ਕਰਨ ਦੀ ਲੋੜ ਹੈਗੀ। ਅਨੁਰਾਗ ਵਰਮਾ ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ ਬਤੌਰ ਚੀਫ ਸੈਕਟਰੀ 14/8/2023 ਨੂੰ ਇੱਕ ਪੱਤਰ ਜਿਹੜਾ ਲਿਖਦੇ ਆ, ਉਹਦਾ ਨੰਬਰ ਸੀਗਾ 25/22/846, ਤੇ ਉਹਦੇ ਵਿੱਚ ਉਹ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਨੂੰ ਕਹਿੰਦੇ ਨੇ ਕਿ ਤੁਸੀਂ ਡਿਮਾਰਕੇਸ਼ਨ ਕਰਾਓ, ਨਿਸ਼ਾਨਦੇਹੀ ਕਿੱਥੋਂ ਮਾਈਨਿੰਗ ਹੋ ਸਕਦੀ ਹੈ ਔਰ ਕਿਵੇਂ ਅਸੀਂ ਖਜ਼ਾਨੇ ਦੇ ਵਿੱਚ ਵੀ ਤੇ ਲੋਕਾਂ ਨੂੰ ਸਹੂਲਤ ਵੀ ਦੇ ਸਕਦੇ ਹਾਂ। ਇਹ ਗੱਲ ਕਾਫੀ ਅਹਿਮ ਆ, ਪਰ ਜਿੱਥੇ ਵੀ ਅਧਿਕਾਰੀ ਮਾਲ ਦੇ ਹੋਣ ਜਾਂ ਕੋਈ ਹੋਰ ਹੋਣ, ਜੇ ਆਪਸ ਵਿੱਚ ਮਿਲ ਮੁਲ ਕੇ ਕਰਨ ਫਿਰ ਔਖਾ ਹੋ ਜਾਂਦਾ। ਇੰਦਰਪ੍ਰੀਤ ਜੀ, ਮੈਂ ਸਮਝਣਾ ਚਾਹੂੰਗਾ ਤੁਹਾਡੇ ਕੋਲ ਬਿਜਲੀ ਬੋਰਡ ਦੀ ਸਥਿਤੀ ਰਿਪੋਰਟ ਜੋ ਹੋਈ ਅੱਜ, ਬਹੁਤ ਸੰਖੇਪ ਚ ਵਿੱਚ ਦੱਸਿਓ, ਕਿਉਂਕਿ ਮੈਂ ਤੁਹਾਡੇ ਕੋਲ ਹੜ੍ਹਾਂ ਦੀ ਸਥਿਤੀ ਨਾਲ ਸੰਬੰਧਿਤ ਵੀ ਖਬਰ ਲੈਣੀ ਹੈ, ਬੜੀ ਜ਼ਰੂਰੀ ਹੈ। ਰੰਧਾਵਾ ਸਾਹਿਬ, ਜਿਹੜੀ ਬਿਜਲੀ ਬੋਰਡ ਦੀ ਆਪਾਂ ਬਹੁਤ ਸਾਲਾਂ ਤੋਂ ਖਬਰਾਂ ਪੜ੍ਹਦੇ ਆ ਰਹੇ ਹਾਂ ਕਿ ਜਿਹੜੇ ਖਾਸ ਤੌਰ ਤੇ ਸਰਹੱਦੀ ਇਲਾਕੇ ਨੇ, ਪੱਟੀ, ਤੁਹਾਡਾ ਖੇਮਕਰਨ, ਇੱਧਰ ਬਾਦਲ ਵਾਲੇ ਪਾਸੇ, ਜੋ ਅੰਮ੍ਰਿਤਸਰ ਵਾਲੇ ਪਾਸੇ, ਇਹ ਸਾਰੇ ਥਾਵਾਂ ਤੇ ਬਿਜਲੀ ਦੀ ਬਹੁਤ ਚੋਰੀ ਹੋ ਰਹੀ। ਔਰ ਇਹੀ ਮੈਂ ਜਿਹੜੀ ਪਹਿਲਾਂ ਆਪਾਂ ਖਬਰ ਡਿਸਕਸ ਕਰਕੇ ਹਟੇ ਹਾਂ ਕਿ ਜਦੋਂ ਅਸੀਂ ਅਪੇਖਸ਼ਾਵਾਂ ਦਾ ਲੈਵਲ ਵਧਾਉਂਦੇ ਹਾਂ, ਉਦੋਂ ਵੀ ਇਹ ਕਿਹਾ ਗਿਆ ਸੀ ਵੀ ਇੱਥੇ ਇਹੀ ਆਮ ਆਦਮੀ ਪਾਰਟੀ ਦੇ ਜਿਹੜੇ MLA ਹੈਗੇ ਨੇ, ਇਹੀ RTIਆਂ ਰਾਹੀਂ ਜਾਣਕਾਰੀਆਂ ਲੈ ਕੇ ਇਹੀ ਦੱਸਦੇ ਹੁੰਦੇ ਸੀ ਕਿ ਦੇਖੋ, ਚਾਹੇ ਹਲਕਾ ਪੱਟੀ ਹੋਵੇ, ਚਾਹੇ ਖੇਮਕਰਨ ਹੋਵੇ, ਇਹ ਸਾਰੇ ਹਲਕਿਆਂ ਦੇ ਵਿੱਚ 60% ਤੋਂ ਉੱਪਰ ਦੀਆਂ ਚੋਰੀਆਂ ਹੈਗੀਆਂ ਨੇ। ਔਰ ਸਭ ਨੂੰ ਖੁੱਲ੍ਹੇਆਮ ਕਿਹਾ ਹੋਇਆ ਵੀ ਤੁਸੀਂ ਕੁੰਡੀਆਂ ਲਾ ਲਓ, ਤੁਹਾਨੂੰ ਕੋਈ ਨਹੀਂ ਰੋਕੇਗਾ। ਇਹ ਗੱਲਾਂ ਹੁੰਦੀਆਂ ਸੀ, ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋਗੇ, ਜੋ ਅੰਕੜੇ ਛਪੇ ਹੈ, ਰਿਪੋਰਟ ਹੈ, ਉਹ ਹੁਣ ਉਸ ਤੋਂ ਵੀ ਵੱਧ ਗਿਆ। ਜਦਕਿ ਹੁਣ ਤਾਂ ਅਸੀਂ 1.5 ਸਾਲ ਇਹ ਸਰਕਾਰ ਨੂੰ ਦੇਖ ਚੁੱਕੇ ਹਾਂ। ਤੁਸੀਂ ਜੇ ਇਹਦਾ ਇੱਕ ਅੰਕੜਾ ਦੇਖੋ, ਭਿੱਖੀਵਿੰਡ ਸਰਕਲ 72%
72.76% ਸੀ, ਹੁਣ ਉਹ 73.16% ਚੋਰੀ ਹੋ ਗਈ ਹੈ ਉੱਥੇ। ਤੁਸੀਂ ਮਤਲਬ ਇਹਦਾ ਮਤਲਬ ਸਿਰਫ 23-24% ਲੋਕ ਹੀ ਨੇ ਜਿਹੜੇ ਬਿੱਲ ਭਰ ਰਹੇ ਨੇ, ਬਾਕੀ ਤਾਂ ਚੋਰੀਆਂ ਹੀ ਕਰ ਰਹੇ। ਇਸੇ ਤਰ੍ਹਾਂ ਹੀ ਜਿਹੜਾ ਇਹਨਾਂ ਦਾ ਹੈਗਾ ਪੱਟੀ ਦਾ, ਉਹ 'ਚ ਵੀ 63.63 ਤੋਂ ਵਧਾ ਕੇ ਹੁਣ 63.90 ਹੋ ਗਿਆ। ਯਾਨੀ ਕਿ ਅਸੀਂ ਜਦੋਂ ਗੱਲਾਂ ਕਰਦੇ ਹਾਂ ਵੀ ਜਦੋਂ ਅਸੀਂ ਸੱਤਾ 'ਚ ਆਵਾਂਗੇ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਠੀਕ ਕਰਾਂਗੇ, ਤਾਂ ਠੀਕ ਤਾਂ ਹੋਣ ਦੀ ਬਜਾਏ ਤਾਂ ਹੋਰ ਜ਼ਿਆਦਾ ਵਰਸਟ ਹੋਈ ਜਾ ਰਹੀਆਂ ਨੇ। 17,600 ਕਰੋੜ ਰੁਪਇਆ ਹੋ ਗਿਆ ਹੈ ਜਿਹੜਾ ਬਿਜਲੀ ਬੋਰਡ ਦਾ, ਸੌਰੀ ਹੁਣ ਤਾਂ ਪਾਵਰਕੌਮ ਹੋ ਗਿਆ, ਪਾਵਰਕੌਮ ਦਾ ਕਰਜ਼ਾ ਹੁਣ 17,600 ਕਰੋੜ ਦਾ ਹੋ ਗਿਆ। ਹੁਣ ਇੰਨੀ ਵੱਡੀ ਅਮਾਉਂਟ ਦਾ ਅਸੀਂ ਇਹਦਾ ਕਰਜ਼ ਝੇਲ ਰਹੇ ਹਾਂ, ਤਾਂ ਉਹਦੇ ਵਿੱਚ 20,000 ਕਰੋੜ ਦੀਆਂ ਸਬਸਿਡੀਆਂ ਵੀ ਦੇ ਰਹੇ ਹਾਂ, ਫਿਰ ਵੀ ਸਾਡੀ ਹਾਲਾਤ ਵਿਗੜੀ ਜਾ ਰਹੀ ਹੈ। ਤਾਂ ਤੁਸੀਂ ਸੋਚੋ ਕਿ ਇਹਨਾਂ ਚੀਜ਼ਾਂ ਨੂੰ ਠੀਕ ਕਰਨ ਵਾਸਤੇ ਇਨਫਰਾਸਟ੍ਰਕਚਰ ਹੁੰਦਾ ਜਾਂ ਟੈਕਨੋਲੋਜੀ ਹੁੰਦੀ ਹੈ, ਉਹ ਤੁਹਾਡੇ ਕੋਲ ਆਏਗੀ ਕਿੱਥੋਂ? ਇਹ ਤਾਂ ਚੀਜ਼ਾਂ ਪੈਸੇ ਨਾਲ ਲਾਣੀਆਂ ਨੇ, ਤੇ ਪੈਸਾ ਉਦੋਂ ਆਊਗਾ ਜਦੋਂ ਤੁਸੀਂ ਇਹ ਚੀਜ਼ਾਂ ਠੀਕ ਕਰੋਗੇ। ਤਾਂ ਪਿੱਛੇ ਜੇ ਇੱਕ ਗਵਰਨਮੈਂਟ ਆਫ ਇੰਡੀਆ ਨੇ 25,000 ਕਰੋੜ ਰੁਪਏ ਦਾ ਇੱਕ ਪ੍ਰੋਜੈਕਟ ਦਿੱਤਾ ਹੈ ਪੰਜਾਬ ਨੂੰ, ਪਰ ਉਹਦੇ 'ਚ ਸਭ ਤੋਂ ਵੱਡੀ ਸ਼ਰਤ ਹੀ ਹੈ ਕਿ ਇੱਕ ਤਾਂ ਜਿੰਨੇ ਵੀ ਸਰਕਾਰੀ ਮਹਿਕਮੇ ਨੇ ਚਾਹੇ ਹੋਰ ਲੋਕ ਨੇ, ਉਹਨਾਂ ਦੇ ਸਾਰੇ ਬਿੱਲ ਜਿਹੜੇ ਆ ਉਹ ਕਲੀਅਰ ਹੋਣੇ ਚਾਹੀਦੇ ਨੇ, ਯਾਨੀ ਉਹ ਸਾਰਾ ਪੈਸਾ ਪਾਵਰਕੌਮ ਦੇ ਖਾਤੇ 'ਚ ਆ ਜਾਏ। ਪਲੱਸ ਜਿਹੜੀ ਬਿਜਲੀ ਸਬਸਿਡੀ ਤੁਸੀਂ ਦੇ ਰਹੇ ਹੋ ਉਹ 1 ਕੁਆਟਰ ਦਾ ਐਡਵਾਂਸ ਦੋਗੇ ਤੁਸੀਂ, ਔਰ ਪਿਛਲੀ ਸਾਰੀ ਕਲੀਅਰ ਕਰੋਗੇ। ਤੇ ਹਜੇ ਵੀ ਤੁਸੀਂ ਦੇਖੋ 9,000 ਕਰੋੜ ਦੀ ਅਸੀਂ ਗੱਲ ਕਰ ਰਹੇ ਸੀਗੇ, ਤਾਂ ਮੈਨੂੰ ਹੁਣ ਪਿੱਛੇ ਜੇ ਦੱਸਿਆ ਸੀ 2 ਦਿਨ ਪਹਿਲਾਂ ਹੀ ਕਿ 1,804 ਕਰੋੜ ਰੁਪਏ ਦੀ ਪਿਛਲੀ ਸਬਸਿਡੀ 'ਚੋਂ ਵੀ ਦੇਤਾ ਹੈ। ਯਾਨੀ ਸਰਕਾਰ ਉਸ ਪਾਸੇ ਵੱਲ ਨੂੰ ਤਾਂ ਵੱਧ ਰਹੀ ਹੈ ਕਿ ਅਸੀਂ ਇਹ ਸਲੇਟ ਕਲੀਅਰ ਕਰ ਦਈਏ ਤਾਂ ਕਿ ਜਿਹੜਾ ਇਹ 25,000 ਕਰੋੜ ਦਾ ਪ੍ਰੋਜੈਕਟ ਹੈ ਉਹ ਸਾਨੂੰ ਮਿਲ ਜੇ। ਪਰ ਉਹਦੇ 'ਚ ਸਭ ਤੋਂ ਵੱਡੀਆਂ ਦਿੱਕਤਾਂ ਕੀ ਨੇ? ਉਹਦੇ 'ਚ ਸਭ ਤੋਂ ਵੱਡੀਆਂ ਦਿੱਕਤਾਂ ਨੇ ਕਿ ਉੱਥੇ ਪ੍ਰੀਪੇਡ ਮੀਟਰ ਲੱਗਣੇ ਨੇ, ਤੇ ਇਹਦਾ ਸਭ ਤੋਂ ਜ਼ਿਆਦਾ ਵਿਰੋਧ ਹੀ ਫਾਰਮਰ ਕਰ ਰਹੇ ਨੇ। ਉਹਨਾਂ ਨੂੰ ਇਹ ਲੱਗ ਰਿਹਾ ਕਿ ਜਦੋਂ ਇਹ ਲੱਗੇ ਤਾਂ ਹੌਲੀ ਹੌਲੀ ਸਾਡੀ ਜਿਹੜੀ ਮੁਫਤ ਬਿਜਲੀ ਹੈ ਉਹ ਬੰਦ ਕੀਤੀ ਜਾਏਗੀ। ਤਾਂ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਕਿ ਇਸ ਸਾਲ, ਯਾਨੀ ਜੋ ਚੱਲ ਰਿਹਾ ਸਾਲ ਹੈ, 1 ਸਾਲ ਦੇ ਵਿੱਚ ਘੱਟੋ ਘੱਟ 1 ਲੱਖ ਜਿਹੜਾ ਕਨੈਕਸ਼ਨ ਹੈਗਾ ਉਹ ਤੁਸੀਂ ਸਮਾਰਟ ਮੀਟਰਿੰਗ ਤੇ ਕਰ ਦੋਗੇ। ਤਾਂ ਫਿਲਹਾਲ ਗਵਰਨਮੈਂਟ ਦਾ ਉਹ ਮੰਨਦੇ ਹੋਏ ਉਹਨਾਂ ਨੇ ਕਿਹਾ ਕਿ ਠੀਕ ਹੈ ਜੀ, ਅਸੀਂ ਪਹਿਲਾਂ ਜਿਹੜੇ ਸਰਕਾਰੀ ਮੁਲਾਜ਼ਮ ਹੈਗੇ ਨੇ, ਪਾਵਰਕੌਮ ਦੇ ਮੁਲਾਜ਼ਮ ਹੈਗੇ ਨੇ, ਇਹਨਾਂ ਤੋਂ ਸਟਾਰਟ ਕਰ ਦਿੰਦੇ ਆ, ਉਸ ਤੋਂ ਬਾਅਦ ਹੌਲੀ 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 ਕਰਕੇ ਦੂਜੀਆਂ ਸਾਈਡਾਂ ਤੇ ਵਧਾਵਾਂਗੇ। ਪਰ ਹਜੇ ਮੈਨੂੰ ਲੱਗਦਾ ਕਿ ਜਿਹੜੀ ਇਹ ਸਾਰੀ ਜਿਹੜੀ ਇਹ ਯੋਜਨਾ ਹੈ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਇਦਾਂ ਦੀਆਂ ਨੇ ਜਿਸ ਤੋਂ ਬਹੁਤ ਜ਼ਿਆਦਾ ਲੋਕਾਂ ਨੇ ਇਹਦਾ ਵਿਰੋਧ ਕਰਨਾ ਹੈ। ਉਹਨੂੰ ਕਿਸ ਤਰ੍ਹਾਂ ਮਨਾਉਣਾ ਹੈ, ਇਹ ਹਜੇ ਇੱਕ ਵੱਡਾ ਸਵਾਲ ਸਰਕਾਰ ਦੇ ਸਾਹਮਣੇ ਖੜਾ ਹੋਇਆ। ਭਾਸਕਰ ਸਾਹਿਬ, ਬਹੁਤ ਕਾਲੀ ਚ ਅਸੀਂ ਸਮੇਂ ਦੀ ਸੀਮਾ ਉਲੰਘ ਆਏ ਆ। ਓਪੀ ਸੋਨੀ ਦਾ ਮਾਮਲਾ, ਇੱਕ ਅਖਬਾਰ ਦੀ ਰਿਪੋਰਟ ਮੈਂ ਦੇਖ ਰਿਹਾ ਅੰਮ੍ਰਿਤਸਰ ਤੋਂ ਹੀ ਛਪੀ ਆ, ਉਹ ਕਹਿੰਦੇ ਕਿ ਅਦਾਲਤ ਨੇ ਮੈਡੀਕਲ ਰਿਪੋਰਟ ਉਹਨਾਂ ਦੀ ਮੰਗ ਲਈ ਆ, ਔਰ ਕਿਉਂਕਿ ਆਮ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਹਾਈ ਕੋਰਟ ਸਖਤ ਹੈ, ਔਰ ਪੁਲਿਸ ਨੂੰ ਵੀ ਆਪਣੀ ਰਿਪੋਰਟ ਕਰਨੀ ਪੈਂਦੀ, ਵਿਜੀਲੈਂਸ ਨੂੰ ਵੀ, ਕਿ ਜਿਹੜੇ ਸਿਆਸੀ ਲੋਕ ਆ ਉਹਨਾਂ ਦੇ ਖਿਲਾਫ ਕੇਸ ਫਾਸਟ ਟਰੈਕ 'ਚ ਲਿਆਂਦੇ ਜਾਣ, ਤੇਜ਼ੀ ਨਾਲ ਇਹਨਾਂ ਤੇ ਫੈਸਲੇ ਹੋਣ, ਸਮਾਂਬੱਧ ਕੀਤੇ ਜਾਣ। ਜਿਹੜੀ ਖਬਰ ਮੈਂ ਦੇਖ ਰਿਹਾ, ਕਿਉਂਕਿ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਅਜੇ ਪੂਰੀ ਤਰ੍ਹਾਂ, ਕਿ ਓਪੀ ਸੋਨੀ ਦਾ ਮਾਮਲਾ ਫਾਸਟ ਟਰੈਕ ਦੇ ਹਵਾਲੇ ਕਰਤਾ ਗਿਆ ਅਦਾਲਤ ਦੇ, ਔਰ ਫਿਰ ਤਾਂ ਸੁਣਵਾਈ ਕਈ ਵਾਰੀ ਰੋਜ਼ ਦੇ ਆਧਾਰ ਤੇ ਵੀ ਹੁੰਦੀ ਆ, ਬੜੀ ਛੇਤੀ ਛੇਤੀ ਤਰੀਕਾਂ ਪੈਂਦੀਆਂ ਨੇ, ਟਰਾਇਲ ਸ਼ੁਰੂ ਹੋ ਜਾਂਦੇ ਆ, ਔਰ ਚਾਰਜਸ਼ੀਟ ਦਾਖਲ ਹੋਣ ਤੋਂ ਬਾਅਦ, ਟਰਾਇਲ ਸ਼ੁਰੂ ਹੋਣ ਤੋਂ ਬਾਅਦ ਗਵਾਹੀਆਂ, ਤੇ ਗਵਾਹੀਆਂ ਤੋਂ ਬਾਅਦ ਫਿਰ ਬਹਿਸਾਂ ਦੇ ਵਿੱਚ ਅੱਗੇ ਜਾ ਕੇ ਫੈਸਲੇ ਹੋ ਜਾਂਦੇ ਆ। ਕਿਤੇ ਇਹ ਵੀ ਕਿਸੇ ਤਰੀਕੇ ਨਾਲ ਵੀ ਜੇ ਕਥਿਤ ਦੋਸ਼ੀ ਪਾਏ ਜਾਂਦੇ ਨੇ ਤਾਂ ਫਿਰ ਕਾਫੀ ਮੁਸ਼ਕਲਾਂ ਦਾ ਸਾਹਮਣਾ ਹੋ ਸਕਦਾ। ਔਰ ਦੂਜਾ ਮਾਮਲਾ, ਹੋਮ ਮਿਨਿਸਟਰੀ ਦੇ ਖਿਲਾਫ ਕਾਫੀ ਸ਼ਿਕਾਇਤਾਂ, ਇੱਕ ਰਿਪੋਰਟ ਛਪੀ ਆ, ਔਰ ਉਹ ਵੀ ਇਹ ਦੋਨੇ ਮਾਮਲੇ ਅੱਗੇ ਵਧਾ ਦਿਓ, ਫਿਰ ਅਸੀਂ ਭਾਖੜਾ ਨਾਲ ਸੰਬੰਧਿਤ ਖਬਰ ਜਿਹੜੀ ਇੰਦਰਪ੍ਰੀਤ ਜੀ ਤੋਂ ਲੈ ਲਈ। ਬਿਲਕੁਲ ਠੀਕ ਕਹਿ ਰਹੇ ਹੋ। ਓਪੀ ਸੋਨੀ ਉਹਨਾਂ ਦੇ ਮਾਮਲੇ ਨੂੰ ਫਾਸਟ ਟਰੈਕ ਕੋਰਟ ਦੇ ਵਿੱਚ ਲਿਜਾਣ ਦੀ ਤਿਆਰੀ ਵਿਜੀਲੈਂਸ ਬਿਊਰੋ ਨੇ ਕਰ ਲਈ ਹੈ। ਇਹਦਾ ਜ਼ਿਕਰ ਇੱਕ ਖਬਰ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ। ਹਾਲਾਂਕਿ ਸਾਨੂੰ ਰੀਜ਼ਨ ਤੇ ਨਹੀਂ ਪਤਾ ਲੱਗਿਆ ਕਿ ਓਪੀ ਸੋਨੀ ਉਹਨਾਂ ਦਾ ਹੀ ਮਾਮਲਾ ਸਿਰਫ ਕਿਉਂ ਜਿਹੜਾ ਫਾਸਟ ਟਰੈਕ ਕੋਰਟ ਦੇ ਉੱਤੇ ਲੈ ਕੇ ਜਾਇਆ ਜਾ ਰਿਹਾ ਹੈ। ਮੈਡੀਕਲ ਰਿਪੋਰਟ ਮੰਗ ਲਈ ਗਈ ਹੈ ਕਿਉਂਕਿ ਓਪੀ ਸੋਨੀ ਉਹਨਾਂ ਜਦੋਂ ਤੋਂ ਵਿਜੀਲੈਂਸ ਨੇ ਉਹਨਾਂ ਨੂੰ ਅਰੈਸਟ ਕੀਤਾ ਹੈ ਤਦ ਤੋਂ ਲਗਾਤਾਰ ਹਸਪੀਟਲ ਦੇ ਵਿੱਚ ਐਡਮਿਟ ਨੇ, ਉਹ ਆਪਣੀ ਬਿਮਾਰੀ ਦਾ ਇਲਾਜ ਕਰਾ ਰਹੇ ਨੇ, ਬਿਮਾਰ ਨੇ, ਔਰ ਇਹਦੇ ਵਾਸਤੇ ਇੱਕ ਮੈਡੀਕਲ ਰਿਪੋਰਟ ਦਾ ਜਿਹੜਾ ਪੂਰਾ ਬਿਊਰਾ ਹੈ ਉਹ ਵੀ ਵਿਜੀਲੈਂਸ ਬਿਊਰੋ ਨੇ ਮੰਗਿਆ ਤਾਂ ਕਿ ਇਸ ਮੁੱਦੇ ਦੇ ਉੱਤੇ ਅੱਗੇ ਵਧਿਆ ਜਾ ਸਕੇ। ਹੁਣ ਦੂਜੀ ਖਬਰ ਜਿਹੜੀ ਤੁਸੀਂ ਸੈਂਟਰਲ ਵਿਜੀਲੈਂਸ ਕਮਿਸ਼ਨ ਦੀ ਦੱਸੀ ਹੈ, ਉਹਨਾਂ ਨੇ ਵੀ ਇੱਕ ਆંકੜਾ ਪੇਸ਼ ਕੀਤਾ ਹੈ। ਉਹਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੀ ਉਹਨਾਂ ਕੋਲ ਕੰਪਲੇਂਟਾਂ ਆਈਆਂ, ਯਾਨੀ ਉਹਨਾਂ ਨੇ ਦੱਸਿਆ ਕਿ 1,15,203 ਕੰਪਲੇਂਟਾਂ ਆਈਆਂ, ਜਿਹਦੇ ਵਿੱਚੋਂ ਉਹਨਾਂ ਨੇ ਕੁਝ ਤੇ ਰਿਜ਼ੋਲਵ ਕਰਦੀ, ਯਾਨੀ 85,000
437 ਕੰਪਲੇਂਟਾਂ ਨੂੰ ਨਿਪਟਾਰਾ ਕਰਤਾ, ਯਾਨੀ ਉਹਨਾਂ ਨੂੰ ਸੋਲਵ ਕਰਤਾ। ਔਰ 29,706 ਕੰਪਲੇਂਟਾਂ ਹਜੇ ਵੀ ਹੈਗੀਆਂ, ਕਿਉਂਕਿ ਸੈਂਟਰਲ ਵਿਜੀਲੈਂਸ ਕਮਿਸ਼ਨ ਕੋਲ ਕਰਪਸ਼ਨ ਤੋਂ ਰਿਲੇਟਡ ਕੰਪਲੇਂਟਸ ਹੀ ਆਉਂਦੀਆਂ, ਇਹ ਜ਼ਿਕਰਯੋਗ ਹੈਗਾ। ਉਸ ਤੋਂ ਬਾਅਦ ਜਿਹੜੀ ਇਹਨਾਂ ਕੰਪਲੇਂਟਾਂ ਦਾ ਵੇਰਵਾ ਦਿੱਤਾ ਹੈ, ਉਹਦੇ ਵਿੱਚ ਹੋਮ ਮਿਨਿਸਟਰੀ, ਤੁਹਾਨੂੰ ਹੋਮ ਮਿਨਿਸਟਰੀ ਦੇ ਵਿੱਚ ਪੁਲਿਸ ਆਉਂਦੀ ਹੈ, ਜਾਂ ਫਿਰ ਐਂਟੀ ਕਰਪਸ਼ਨ ਬਿਊਰੋ ਕਹਿ ਲਓ, ਵਿਜੀਲੈਂਸ ਬਿਊਰੋ ਕਹਿ ਲਓ, ਜਾਂ ਤਕਰੀਬਨ ਇਦਾਂ ਦੇ ਸਾਰੇ ਮਹਿਕਮੇ ਜਿਨ੍ਹਾਂ ਨੇ ਕਰਪਸ਼ਨ ਨਾਲ ਲੜਨਾ ਹੁੰਦਾ ਹੈ, ਉਹਨਾਂ ਦੇ ਬਾਰੇ 'ਚ ਸਭ ਤੋਂ ਜ਼ਿਆਦਾ ਕੰਪਲੇਂਟਾਂ ਆਈਆਂ। ਔਰ ਇਹ ਕੰਪਲੇਂਟਾਂ, ਸਾਰੀ ਕੰਪਲੇਂਟਾਂ ਦੇ ਵਿੱਚੋਂ 46,643 ਕੰਪਲੇਂਟਾਂ ਹੋਮ ਮਿਨਿਸਟਰੀ ਦੇ ਆਫੀਸ਼ੀਅਲਸ ਦੇ ਖਿਲਾਫ ਹੀ ਇਸ ਸੈਂਟਰਲ ਵਿਜੀਲੈਂਸ ਕਮਿਸ਼ਨ ਨੂੰ ਮਿਲੀਆਂ। ਔਰ ਉਸ ਤੋਂ ਬਾਅਦ ਨੰਬਰ ਆਉਂਦਾ ਰੇਲਵੇ ਦਾ, ਕਿਉਂਕਿ ਰੇਲਵੇ ਦੇ ਵਿੱਚ ਤੁਸੀਂ ਇਹ ਦੇਖਿਆ ਕਿ ਟੀਟੀ, ਰੇਲਵੇ ਡਿਪਾਰਟਮੈਂਟ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਿਹਾ ਜਦ ਤੋਂ ਭਾਰਤ ਆਜ਼ਾਦ ਹੋਇਆ। ਹੁਣ ਇਹਦੇ ਵਿੱਚ ਵੀ 10,530 ਕੰਪਲੇਂਟਾਂ ਇਸ ਡਿਪਾਰਟਮੈਂਟ ਦੀ। ਔਰ ਬੈਂਕ ਆਫੀਸ਼ੀਅਲ, ਉਹ ਜਿਹੜੇ ਲੋਕ ਬਾਹਰ ਭੱਜ ਗਏ ਨੇ ਬੈਂਕਾਂ ਦੇ ਲੋਨ ਲੈ ਕੇ, ਉਸ ਤੋਂ ਇਲਾਵਾ ਬੈਂਕ ਆਫੀਸਰਸ ਦਾ ਕਿਸ ਤਰੀਕੇ ਨਾਲ ਰਲ ਮਿਲ ਕੇ ਕਿਸੇ ਨੂੰ ਲੋਨ ਦੇਣਾ ਜਾਂ ਲੋਨ ਦੀ ਰਿਕਵਰੀ ਨਾ ਕਰ ਪਾਣਾ, ਉਦਾਂ ਦੇ ਵੀ ਮਾਮਲੇ 8,129 ਇਸ ਤਰੀਕੇ ਦੀ ਕੰਪਲੇਂਟਾਂ ਸੈਂਟਰਲ ਵਿਜੀਲੈਂਸ ਕਮਿਸ਼ਨ ਨੂੰ ਮਿਲੀ ਹੈ, ਜਿਹਦਾ ਬਿਊਰਾ ਉਹਨਾਂ ਨੇ ਅੱਗੇ ਦਿੱਤਾ ਹੈ। ਪਰ ਇਹਦੇ ਵਿੱਚ ਸਭ ਤੋਂ ਹੈਰਾਨੀਜਨਕ ਗੱਲ ਹੈਗੀ ਹੈ ਕਿ ਜਿਨ੍ਹਾਂ ਨੇ ਕਰਪਸ਼ਨ ਤੋਂ ਲੜਨਾ ਹੈ, ਉਹਨਾਂ ਦੇ ਖਿਲਾਫ ਹੀ ਸਭ ਤੋਂ ਜ਼ਿਆਦਾ ਕਰਪਸ਼ਨ ਦੀ ਹੀ ਕੰਪਲੇਂਟਾਂ ਸੈਂਟਰਲ ਵਿਜੀਲੈਂਸ ਕਮਿਸ਼ਨ ਨੂੰ ਮਿਲੀ ਹੈ। ਇੰਦਰਪ੍ਰੀਤ ਜੀ, ਵੇਖ ਲਓ ਹਾਲ, ਸਾਡੇ ਪੰਜਾਬੀ ਕਿੱਦਾਂ ਬੰਦੇ ਨੂੰ ਵਿਗਾੜ ਦਿੰਦੇ ਆ। ਭਾਸਕਰ ਸਾਹਿਬ ਜਿਨ੍ਹਾਂ ਨੇ ANI ਦੇ ਵਿੱਚ ਔਰ ਹਿੰਦੁਸਤਾਨ ਟਾਈਮਜ਼ ਵਰਗੇ ਵੱਡੇ ਨਿਊਜ਼ਪੇਪਰਾਂ 'ਚ ਅੰਗਰੇਜ਼ੀ 'ਚ ਕੰਮ ਕੀਤਾ, ਹੁਣ ਇਹ ਵੀ ਕੰਪਲੇਂਟਸ ਨੂੰ ਕੰਪਲੇਂਟਾਂ ਹੀ ਕਹਿੰਦੇ ਨੇ। ਸਾਡੇ ਪੰਜਾਬੀ ਨਾ ਬੰਦੇ ਨੂੰ ਅੱਧਾ ਪੰਜਾਬੀ, ਅੱਧਾ ਹਿੰਦੀ, ਅੱਧਾ ਅੰਗਰੇਜ਼ੀ ਕਰ ਦਿੰਦੇ ਆ। ਸੋ ਸਾਡੇ ਸਵੇਰ ਤੇ ਇਸ ਪ੍ਰੋਗਰਾਮ ਦੇ ਉੱਤੇ ਇਲਜ਼ਾਮ ਅਕਸਰ ਆਉਂਦਾ ਰਹਿੰਦਾ ਕਿ ਇਹ ਮਲਗੋਭਾ ਹੈ, ਇਹ ਪੰਜਾਬੀ ਦਾ ਪ੍ਰੋਗਰਾਮ ਨਹੀਂ। ਕਿਉਂਕਿ ਇੰਦਰਪ੍ਰੀਤ ਜੀ ਵੀ ਬਿਊਰੋ ਚੀਫ ਨੇ ਇੱਕ ਵੱਡੀ ਹਿੰਦੀ, ਨੈਸ਼ਨਲ ਹਿੰਦੀ ਅਖਬਾਰ ਦੇ, ਤੇ ਭਾਸਕਰ ਸਾਹਿਬ ਹੈ ਹੀ ਹਿੰਦੀ ਭਾਸ਼ੀ, ਦਿੱਲੀ ਤੋਂ ਆਉਂਦੇ ਨੇ। ਹੁਣ ਇਹਨਾਂ ਨੇ ਪੰਜਾਬੀ ਕਿੰਨੀ ਸੋਹਣੀ ਸਿੱਖ ਲਈ ਆ, ਸਾਨੂੰ ਕਦੇ ਇਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ। ਪਰ ਖੈਰ, ਹਾਸਾ ਠੱਠਾ, ਮੈਨੂੰ ਜ਼ਰੂਰ ਦੱਸਿਓ ਕਿ ਭਾਖੜਾ ਦੀ ਮੈਨੇਜਮੈਂਟ ਨੇ ਪੰਜਾਬ ਪੂਰਾ ਡੁੱਬਣੋਂ ਬਚਾ ਲਿਆ ਜਾਂ ਭਾਖੜਾ ਦੀ ਮਿਸਮੈਨੇਜਮੈਂਟ ਨੇ ਪੰਜਾਬ ਡੁਬੋਤਾ। ਇਹਦੇ ਉੱਤੇ ਬਹਿਸ ਹੈ ਤੇ ਇਹਦੇ ਉੱਤੇ ਥੋੜੀ ਸਾਂਝ ਪਵਾ ਦਿਓ। ਵੈਸੇ ਹਿਮਾਚਲ ਦੇ ਵਿੱਚ ਜਿਨ੍ਹਾਂ ਨੇ ਪਾਣੀ ਬੇਤਰਤੀਬੇ ਢੰਗ ਨਾਲ ਛੱਡਿਆ, ਜਿਹੜੇ ਛੋਟੇ ਡੈਮ ਨੇ, 23 ਦੇ ਵਿੱਚੋਂ 21 ਦੇ ਖਿਲਾਫ ਕਾਰਵਾਈ ਲਈ ਗੱਲ ਅੱਗੇ ਵੱਧ ਗਈ ਆ। ਇਹ ਵੀ ਬੇਨਿਯਮੀਆਂ ਤੇ ਨਾ ਅਹਿਲੀਅਤ ਕਾਫੀ ਜ਼ਿੰਮੇਵਾਰ ਆ ਪੰਜਾਬ ਦੇ ਵਿੱਚ ਪਾਣੀ ਦੇ ਇਸ ਹਾਲਾਤ ਲਈ। ਹਰਿੰਦਰ ਸਾਹਿਬ, ਦੇਖੋ, ਇਸ ਵਾਰੀ ਪਹਿਲੀ ਵਾਰ ਇਹ ਹੋਇਆ ਕਿ ਤਿੰਨੋਂ ਨਦੀਆਂ ਸਾਡੀਆਂ ਇਕੱਠੀਆਂ ਚੱਲ ਰਹੀਆਂ ਨੇ। ਅੱਗੇ ਕਦੇ ਇਦਾਂ ਦਾ ਹੋਇਆ ਨਹੀਂ। ਦੇਖੋ, ਕੁਦਰਤ ਦੇ ਅੱਗੇ ਵੈਸੇ ਤਾਂ ਕਿਸੇ ਦਾ ਜ਼ੋਰ ਨਹੀਂ, ਪਰ ਫਿਰ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਭਾਖੜਾ ਮੈਨੇਜਮੈਂਟ ਨੇ ਘਟਾਇਆ ਜ਼ਰੂਰ ਹੈ ਪੰਜਾਬ ਦਾ ਨੁਕਸਾਨ ਹੋਣੋਂ। ਜੇ ਅਸੀਂ 1390 ਜਿਹੜਾ ਪੌਂਗ ਦਾ ਮਤਲਬ ਇੱਕ ਲੈਵਲ ਹੈ ਵੀ ਇਸ ਤੋਂ ਉੱਪਰ ਨਹੀਂ ਜਾਣ ਦੇਣਾ, ਉਹ ਜੇ 1400 ਤੱਕ ਲੈ ਕੇ ਗਏ ਹੈ, ਇਟ ਮੀਨਸ ਉਹਨਾਂ ਨੇ ਬਹੁਤ ਵੱਡਾ ਰਿਸਕ ਲਿੱਤਾ ਹੈ ਤੇ ਤਾਂ ਕਿ ਪਾਣੀ ਸਲੋ ਹੀ ਛੱਡਿਆ ਜਾਏ, ਇੱਕਦਮ ਨਾ ਛੱਡਿਆ ਜਾਏ। ਕਿਉਂਕਿ ਜਦੋਂ ਆਪਾਂ ਗੱਲ ਕਰ ਰਹੇ ਵੀ 7-7 ਲੱਖ ਕਿਊਸਿਕ ਪਾਣੀ ਆ ਰਿਹਾ ਤੇ ਇਹਦੇ ਵਿੱਚ ਕੋਈ ਵੀ ਮੈਨੇਜਮੈਂਟ ਹੋਏ, ਉਹ ਮਤਲਬ ਇੱਕ ਐਦਾਂ ਹੋ ਹੀ ਨਹੀਂ ਸਕਦਾ ਕਿ ਇੱਕਦਮ ਛੱਡ ਕੇ ਸਾਰਿਆਂ ਨੂੰ ਉਹਦੇ ਚ ਪਾ ਦੇ। ਰੋਕ ਕੇ ਪਾਣੀ ਉੱਪਰ 1400 ਤੱਕ ਦਾ ਲੈਵਲ ਅਚੀਵ ਕੀਤਾ ਤੇ ਸਲੋ ਹੁਣ 1-1 ਲੱਖ ਕਰਕੇ ਛੱਡਿਆ ਜਾ ਰਿਹਾ। ਇਹਦੇ ਤਾਂ ਆਪਾਂ ਘੱਟੋ ਘੱਟ ਕਹਿ ਸਕਦੇ ਹਾਂ ਵੀ BBMB ਨੇ ਉਹਨਾਂ ਨੁਕਸਾਨ ਨਹੀਂ ਪਹੁੰਚਾਇਆ। ਪਰ ਜਿਹੜੇ ਡੈਮ ਉੱਪਰ ਬਣੇ ਨੇ ਹਿਮਾਚਲ ਦੇ ਵਿੱਚ, ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੇ ਡੈਮ ਬਣੇ ਨੇ, ਉਹਨਾਂ ਦੀ ਬੇਅਨੀਮੀਆਂ ਨਜ਼ਰ ਆਈਆਂ ਨੇ। ਉਹ ਵੀ ਉਦੋਂ ਜਦੋਂ ਕਿ ਸਾਰੇ ਸਟੇਟਾਂ ਦੇ ਲੋਕ ਕਹਿ ਰਹੇ ਨੇ ਵੀ ਇੰਨਾ ਪਾਣੀ ਕਿਵੇਂ ਆਈ ਜਾ ਰਿਹਾ ਹੈ, ਇੰਨੇ ਦਾ ਡੈਮ ਬਣ ਚੁੱਕਿਆ, ਫਿਰ ਵੀ ਪਾਣੀ ਉਨਾ ਹੀ ਉਸ ਤੋਂ ਜ਼ਿਆਦਾ ਰਫ਼ਤਾਰ ਨਾਲ ਆ ਰਿਹਾ। ਤਾਂ ਉਹਦੇ ਵਿੱਚ ਇਹ ਵੀ ਆਇਆ ਹੈਗਾ ਕਿ ਜਿਹੜੇ ਡੈਮ ਹੈਗੇ ਨੇ, ਇਹਨਾਂ ਨੇ ਆਪਣਾ ਇਨਫਰਾਸਟ੍ਰਕਚਰ ਬਚਾਉਣ ਲਈ ਪਾਣੀ ਖੁੱਲਾ ਛੱਡਿਆ, ਉੱਥੇ ਮਤਲਬ ਰੋਕਿਆ ਹੈ ਨਹੀਂ ਜਦਕਿ ਉਹ ਰੋਕ ਸਕਦੇ ਸੀ। ਸੋ ਇਸ ਤੋਂ ਇੱਕ ਵੱਡਾ ਸਵਾਲ ਇਹ ਨਿਕਲ ਕੇ ਆਇਆ ਕਿ ਕੀ ਸਾਨੂੰ ਜਿਹੜਾ ਇਹ ਵੱਡੇ ਡੈਮਸ ਨੇ ਇਹ ਪ੍ਰਾਈਵੇਟ ਸੈਕਟਰ ਨੂੰ ਦਿੱਤੇ ਜਾਣੇ ਚਾਹੀਦੇ ਨੇ ਕਿ ਨਹੀਂ? ਕਿਉਂਕਿ ਗਵਰਨਮੈਂਟ ਸੈਕਟਰ ਤਾਂ ਫਿਰ ਵੀ ਜਿਹੜਾ ਹੈਗਾ ਉਹਨਾਂ ਨੂੰ ਸਰਕਾਰਾਂ ਦਾ ਜਾਂ ਲੋਕਾਂ ਦਾ ਧਿਆਨ ਹੁੰਦਾ ਹੈ, ਪਰ ਪ੍ਰਾਈਵੇਟ ਸੈਕਟਰ ਨੂੰ ਹਮੇਸ਼ਾ ਆਪਣੇ ਇਨਫਰਾਸਟ੍ਰਕਚਰ ਦਾ ਹੀ ਧਿਆਨ ਹੁੰਦਾ ਹੈ ਵੀ ਇਹਨੂੰ ਖਰੋਚ ਤੱਕ ਨਾ ਆ ਜਾਏ, ਲੋਕ ਡੁੱਬਦੇ ਆ ਤਾਂ ਡੁੱਬ ਜਾਣ। ਦੂਜੇ ਪਾਸੇ ਇਹ ਬੇਨੀਮੇ ਜਿਹੜੀਆਂ ਸਾਹਮਣੇ ਆਈਆਂ ਨੇ, ਉਸ ਦਾ ਕੱਲ ਹਿਮਾਚਲ ਪ੍ਰਦੇਸ਼ ਦੇ ਜਿਹੜੇ ਮੁੱਖ ਸੈਕਟਰੀ ਹੈਗੇ ਆ, ਚੀਫ ਸੈਕਟਰੀ ਹੈਗੇ ਆ, ਉਹਨਾਂ ਨੇ ਇਹਦੀ ਜਾਂਚ ਵੀ ਆਦੇਸ਼ ਦਿੱਤੇ ਨੇ ਤੇ ਨਾਲ ਦੀ ਨਾਲ ਨੋਟਿਸ ਵੀ ਜਾਰੀ ਕੀਤੇ ਨੇ ਵੀ ਜਿਹੜੇ 23 ਚੋਂ 21 ਨੇ ਬੇਨੀਮੀਆਂ ਕੀਤੀਆਂ ਨੇ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। ਸੋ ਚੰਗੀ ਗੱਲ ਇਹ ਹੈ ਕਿ ਗਵਰਨਮੈਂਟਾਂ ਜਿਹੜੀਆਂ ਨੇ ਇਹਨਾਂ ਨੂੰ ਖੁਦ ਹੀ ਟੇਕ ਓਵਰ ਕਰ ਲੈਣ, ਆਪ ਚਲਾਉਣ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਗਵਰਨਮੈਂਟ ਤਾਂ ਫਿਰ ਵੀ
ਸਹਿ ਲੇਗੀ ਘਾਟਾ, ਜਿਹੜੇ ਪ੍ਰਾਈਵੇਟ ਵਾਲੇ ਹੈਗੇ ਆ ਇਹਨੂੰ ਤਾਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ। ਸਰਕਾਰੀ ਖੇਤਰ ਦੇ ਵਿੱਚ ਜਵਾਬਦੇਹੀ ਦਾ ਥੋੜਾ ਬਹੁਤਾ ਹੀ ਭਾਵੇਂ ਹੋਵੇ, ਇੱਕ ਮਾਹੌਲ ਤਾਂ ਹੁੰਦਾ। ਫਿਰ ਕਿਸੇ ਨੂੰ ਡਰ ਜੀ। ਹੁੰਦਾ ਹੈ ਕਿ ਮੇਰੀ ਕੱਲ ਨੂੰ ਵਿਭਾਗੀ ਇਨਕੁਆਇਰੀ ਜਾਂ ਮੇਰੀ ਸਰਵਿਸ ਸਿਕਿਉਰਿਟੀ ਜਾਂ ਮੇਰੇ ਪਰਿਵਾਰ ਜਾਂ ਮੇਰੀ ਇੱਜ਼ਤ ਸ਼ੋਹਰਤ, ਉਹ ਚੀਜ਼ਾਂ ਦਾਅ ਤੇ ਲੱਗ ਜਾਣਗੀਆਂ, ਮੈਂ ਕਿਧਰੇ ਕਟਹਿਰੇ ਚ ਆ ਗਿਆ। ਸੋ ਜ਼ਿੰਮੇਵਾਰੀ ਤੈਅ ਹੋ ਜਾਂਦੀ ਹੈ ਕਿਸੇ ਨਾ ਕਿਸੇ ਰੂਪ ਚ। ਸਰਕਾਰਾਂ ਨੂੰ ਵੀ ਲੋਕਾਂ ਪ੍ਰਤੀ ਜਵਾਬਦੇਹ ਰਹਿਣਾ ਹੀ ਪੈਂਦਾ, ਅਦਰਵਾਈਜ਼ ਅਗਲੀ ਇਲੈਕਸ਼ਨ ਤੱਕ ਫਿਰ ਉਹ ਲੜਾਈ ਜਿਹੜੀ ਉਵੇਂ ਅੱਗੇ ਵੱਧਦੀ ਰਹਿੰਦੀ ਹੈ। ਪਰ ਇਹ ਪੰਜਾਬ ਨੇ ਬਹੁਤ ਬੁਰੇ ਹਾਲਾਤ ਇਹਨਾਂ ਦਿਨਾਂ 'ਚ ਦੇਖੇ ਨੇ, ਦੋ ਵਾਰੀ ਲੋਕ ਉਜੜੇ ਨੇ, ਜਿਹੜੀ ਜਮ੍ਹਾਂ ਪੂੰਜੀ ਹੁੰਦੀ ਆ ਲੱਗ ਜਾਂਦੀ ਆ। ਸੋ ਇਹ ਸਾਰੇ ਮਾਮਲੇ ਜਿਵੇਂ ਅਸੀਂ ਦੇਖ ਰਹੇ ਹਾਂ, ਇਹਨਾਂ ਦਾ ਹੁਣ ਨਜਿੱਠਿਆ ਜਾਣਾ, ਔਰ ਸਮੇਂ ਸਿਰ ਸਾਰੇ ਜਿੰਨੇ ਵੀ ਸਾਡੇ ਖਾਲੇ ਨੇ, ਜਿੰਨੀਆਂ ਸਾਡੀਆਂ ਕੱਸੀਆਂ ਸੂਏ ਨਹਿਰਾਂ ਨੇ, ਉਹਨਾਂ ਸਾਰਿਆਂ ਦੀ ਖਲਾਈ ਹੋਣਾ, ਉਹਨਾਂ ਨੂੰ ਠੀਕ ਠਾਕ ਰੱਖਣਾ, ਕਿਉਂਕਿ ਆਫਤ ਕਿਸੇ ਨੂੰ ਪੁੱਛ ਕੇ ਤਾਂ ਆਉਂਦੀ ਨਹੀਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ। ਥੈਂਕ ਯੂ।